ਬਿਕਰਮ ਸਿੰਘ ਰੌਣੀ ਦੀ ਨਾਮਜ਼ਦਗੀ ਨੂੰ ਲੈ ਕੇ ਬੜੇ ਵੱਡੇ ਸਵਾਲ ਤੁਹਾਡੇ ਵੱਲੋਂ ਖੜੇ ਕੀਤੇ ਗਏ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬਹੁਤ ਵੱਡੇ ਸਵਾਲ ਕੀਤੇ ਗਏ ਨੇ। ਮਾਮਲਾ ਕੀ ਹੈ? ਦਿੱਲੀ ਗੁਰਦੁਆਰਾ ਕਮੇਟੀ ਦੇ ਇਹਦੇ 'ਚ ਦੋ ਨੇ ਇਸ਼ੂ। ਕੱਲਾ ਬਿਕਰਮ ਸਿੰਘ ਰੌਣੀ ਦਾ ਇਸ਼ੂ ਨਹੀਂ ਹੈ। ਦੋ ਮੈਂਬਰ ਇੱਕ ਐਸੇ ਨੇ ਜਿਹੜਾ ਹਰਵਿੰਦਰ ਸਿੰਘ ਕੇਪੀ ਜਿਹੜੇ ਇਲੈਕਟਡ ਨੇ, ਔਰ ਜਸਬੀਰ ਸਿੰਘ ਜੱਸੀ ਜਿਨ੍ਹਾਂ ਨੂੰ ਨਾ ਪੰਜਾਬੀ ਲਿਖਣੀ ਆਉਂਦੀ ਹੈ ਨਾ ਪੜ੍ਹਨੀ ਆਉਂਦੀ ਆ, ਔਰ ਉਹ ਟੈਸਟ ਵੀ ਕਲੀਅਰ ਨਹੀਂ ਕਰ ਸਕੇ। ਧੋਖੇ ਦੇ ਨਾਲ ਉਹਨਾਂ ਆਰਓ ਦੇ ਨਾਲ ਸੈਟਿੰਗ ਦੇ ਨਾਲ ਉਹਨਾਂ ਨੇ ਟੈਸਟ ਪਾਸ ਕੀਤਾ ਔਰ ਇਲੈਕਟਡ ਮੈਂਬਰ ਬਣ ਚੁੱਕੇ ਹਨ। ਮੈਂ ਕਹਿੰਨੀ ਆ ਕਿ ਵੀ ਅਕਾਲੀ ਦਲ ਦਾ ਮਿਆਰ ਇੰਨਾ ਥੱਲੇ ਡਿੱਗ ਚੁੱਕਾ। ਕभी ਇਹਨਾਂ ਨੂੰ ਮੈਂਬਰਾਂ ਦੀ ਲੋੜ, ਇਹੋ ਜਿਹੇ ਬੰਦਿਆਂ ਦੀ ਲੋੜ ਪੈਂਦੀ ਹੈ। ਕभी ਉਹ ਕਰਨਾ ਕੀ ਇਹਨਾਂ ਨੂੰ ਹੋਰ ਕੋਈ ਮੈਂਬਰ ਨਹੀਂ ਮਿਲਦੇ, ਜਾਂ ਇਹਨਾਂ ਦੇ ਕੋਲ ਹੋਰ ਕੋਈ ਮੈਂਬਰ ਨਹੀਂ ਹੈਗੇ ਨੇ ਜਿਹੜੇ ਇਹਨਾਂ ਨੂੰ ਇਹੀ ਲੈਣੇ ਪੈਂਦੇ ਨੇ, ਜਾਂ ਫਿਰ ਇਹ ਆਪਣੀ ਵੋਟ ਬੈਂਕਿੰਗ ਕਰਕੇ ਕभी ਆਪਣੇ ਕਰਕੇ ਵੀ ਇਹੋ ਜਿਹੇ ਬੰਦਿਆਂ ਨੂੰ ਨਾਲ ਜੋੜ ਲੈਂਦੇ ਨੇ। ਜਿਸ ਤਰ੍ਹਾਂ ਸੁੱਚਾ ਸਿੰਘ ਲੰਗਾ ਨੂੰ ਔਰ ਚਰਨਜੀਤ ਸਿੰਘ ਚੱਡਾ ਨੂੰ ਰੱਖਿਆ, ਬਾਅਦ 'ਚ ਜਦੋਂ ਇਹਨਾਂ ਦੀ ਲੋੜ ਨਹੀਂ ਪਈ, ਜਦੋਂ ਹੋਇਆ ਇਹਨਾਂ ਦਾ ਵਿਰੋਧ ਹੋਇਆ ਤੇ ਇਹਨਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ। ਯੂਜ਼ ਐਂਡ ਥਰੋ ਵਾਲਾ ਕੰਮ ਕੀਤਾ। ਸੇਮ ਸਿਚੁਏਸ਼ਨ ਇੱਥੇ ਹੈ ਕਿ ਹੁਣ ਬਿਕਰਮ ਸਿੰਘ ਰੌਣੀ ਦੀ ਲੋੜ ਹੈ ਤੇ ਉਹਨੂੰ ਕਰਤਾ, ਇਲੈਕਟਡ ਕਰ ਲਿਆ। ਜਦੋਂ ਹੋਏਗਾ ਤੇ ਉਹਨੂੰ ਵੀ ਕੱਢ ਕੇ ਬਾਹਰ ਸੁੱਟ ਦੇਣਗੇ। ਪਰ ਕੀ ਇਹ ਅਕਾਲੀ ਦਲ ਦਾ, ਮੈਂ ਸਵਾਲ ਕਰਦੀ ਮੈਂ ਦੋਨੋਂ ਵੱਡੇ ਬਾਦਲ ਸਾਹਿਬ ਨੂੰ, ਛੋਟੇ ਬਾਦਲ ਸਾਹਿਬ ਨੂੰ, ਕਿ ਇਹ ਅਕਾਲੀ ਦਲ ਪੰਥਕ ਪਾਰਟੀ ਜਿਹੜੀ ਹੈਗੀ ਬੜੀਆਂ ਕੁਰਬਾਨੀਆਂ ਦੇ ਕੇ ਬਣੀ। ਤੁਸੀਂ ਇਹਨੂੰ ਐਵੇਂ ਛੋਟਾ ਮੋਟਾ ਨਾ ਸਮਝੋ ਕਿ ਵੀ ਆਪਣੇ ਸਿਆਸਤ ਵਾਸਤੇ ਯੂਜ਼ ਨਾ ਕਰੋ, ਤੁਸੀਂ ਆਪਣੇ ਸਵਾਰਥ ਵਾਸਤੇ ਨਾ ਯੂਜ਼ ਕਰੋ। ਜੀਕੇ ਜਾਗੋ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ, ਮਨਜੀਤ ਸਿੰਘ ਜੀਕੇ ਦੀ ਪਾਰਟੀ ਦੇ ਨਾਲ, ਜਿਨ੍ਹਾਂ ਨੇ ਬਿਕਰਮ ਸਿੰਘ ਰੌਣੀ ਦੇ ਖਿਲਾਫ ਜਿਹੜੀ ਕੰਪਲੇਂਟ ਹੈ ਉਹ ਦਾਇਰ ਕੀਤੀ ਸੀ ਕਿ ਇਸ ਤਰੀਕੇ ਦਾ ਜਿਹੜਾ ਮੁੱਦਾ ਹੋਇਆ। ਹੁਣ ਤੁਸੀਂ ਵੀ ਇਸ ਮਾਮਲੇ ਨੂੰ ਚੁੱਕ ਰਹੇ ਹੋ, ਕਿੱਥੇ ਤੱਕ ਪਹੁੰਚ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ? ਕਿ ਅਕਾਲੀ ਦਲ ਦੇ ਨਾਲ ਸੰਪਰਕ ਕੀਤਾ ਜਾਂ ਫਿਰ ਕਾਨੂੰਨੀ ਜਿਹੜੇ ਦਾਅ ਪੇਚ ਨੇ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ? ਦੇਖੋ, ਅਕਾਲੀ ਦਲ ਦੇ ਬਿਲਕੁਲ ਜਿਹੜੇ ਸੁਖਬੀਰ ਬਾਦਲ ਦੇ ਨੇੜੇ ਬੰਦੇ ਜਿਹੜੇ ਹੈਗੇ ਨੇ, ਮੈਂ ਉਹਨਾਂ ਨੂੰ ਪਹੁੰਚ ਕੀਤੀ ਆ। ਉਹਨਾਂ ਤੱਕ ਮੈਂ ਮੈਸੇਜ ਕੀਤੇ ਨੇ ਕਿ ਵੀ ਤੁਸੀਂ ਇਹ ਕੰਮ ਨਾ ਕਰੋ। ਉੱਧਰੋਂ ਇਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ। ਹਾਰ ਕੇ ਮੈਨੂੰ ਪੀਸੀ ਕਰਨੀ ਪਈ। ਮੈਂ ਇਸ ਕਰਕੇ ਕੀਤੀ ਹੈ ਕਿ ਵੀ ਇਸ ਤਰ੍ਹਾਂ ਕਰਕੇ ਕਿ ਸ਼ਾਇਦ ਜਦੋਂ ਪਬਲਿਕ 'ਚ ਗੱਲ ਆਏਗੀ ਤਾਂ ਹੀ ਅਕਲ ਆ ਜਾਏ, ਇਹਨਾਂ ਨੂੰ ਕੋਈ ਪਾਰਟੀ 'ਚੋਂ ਕੱਢ ਦੇਣ, ਕभी ਇਹੋ ਜਿਹੇ ਬੰਦਿਆਂ ਨੂੰ ਪਿੱਛੇ ਕਰ ਦੇਣ ਅਤੇ ਸਾਫ ਸੁਥਰੇ ਛਵੀ ਵਾਲੇ ਬੰਦੇ ਲਿਆਉਣ। ਜੇ ਨਹੀਂ ਕੀਤਾ ਤਾਂ ਫਿਰ ਤਾਂ ਕੋਰਟ ਦਾ ਦਰਵਾਜ਼ਾ ਖੜਕਾਉਣਾ ਹੀ ਪਏਗਾ। ਕਿ ਜੋ ਕੰਮ ਦਿੱਲੀ ਸਰਕਾਰ ਨਹੀਂ ਕਰ ਸਕੀ ਉਹ ਸਾਡੇ ਹਸਪਤਾਲ ਨੇ ਕੀਤਾ ਹੈ। ਉਸੇ ਆਧਾਰ ਦੇ ਉੱਤੇ ਉਹ ਵੋਟਿੰਗ ਲੈਣ ਦੇ ਵਿੱਚ ਵੀ ਆਪਣੀ ਪਾਰਟੀ ਲਈ ਕਿਤੇ ਨਾ ਕਿਤੇ ਕਾਮਯਾਬ ਮੰਨੇ ਜਾ ਰਹੇ ਨੇ, ਹਾਲਾਂਕਿ ਉਹ ਆਪਣੀ ਸੀਟ ਹਾਰ ਗਏ ਨੇ। ਬਾਲਾ ਪ੍ਰੀਤਮ ਹਸਪਤਾਲ ਉਹਨਾਂ ਨੇ ਦੱਸਿਆ ਕਿ ਲੋਕਾਂ ਦੀ ਸੇਵਾ ਲਈ ਮੁਫਤ ਸੇਵਾਵਾਂ ਪ੍ਰਦਾਨ ਕਰਦਾ। ਬਿਲਕੁਲ ਗੱਲ ਗਲਤ ਹੈ। ਬਾਲਾ ਪ੍ਰੀਤਮ ਗੁਰਦੁਆਰਾ ਸਾਹਿਬ ਦਾ ਜਿਹੜਾ ਹੈਗਾ MRI ਦਾ ਜਿਹੜਾ ਉੱਥੇ ਖੋਲ੍ਹਿਆ ਇਹਨਾਂ ਨੇ, ਇਹ ਬਿਲਕੁਲ ਗੁੰਮਰਾਹ ਕੀਤਾ ਇਹਨਾਂ ਨੇ। ਸੇਮ ਜਿਹੜਾ ਪ੍ਰੋਸੀਜਰ ਹੈਗਾ ਸਰਕਾਰੀ ਹਸਪਤਾਲਾਂ 'ਤੇ, ਜਿਨ੍ਹਾਂ ਕੋਲ ਲੋ ਇਨਕਮ ਸਰਟੀਫਿਕੇਟ ਹੈਗਾ ਜਾਂ ਪੀਲਾ ਕਾਰਡ ਜਿਹੜਾ ਬਣਿਆ ਗਰੀਬੀ ਰੇਖਾ ਦੇ ਵਿੱਚ ਜਿਨ੍ਹਾਂ ਦੇ ਕਾਰਡ ਬਣੇ ਹੁੰਦੇ ਨੇ, ਉਹਨਾਂ ਨੂੰ 50 ਰੁਪਏ ਇਹਨਾਂ ਦੇ ਅਲਾਊਡ ਹੈਗਾ ਕੀਤਾ, ਉਹਨਾਂ ਦੇ ਹੁੰਦੇ ਆ। ਉੱਥੇ ਹੀ ਹੈਗਾ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਵੀ ਇੱਥੇ ਇਹੀ ਹੈਗਾ। ਜਿਨ੍ਹਾਂ ਦੇ ਕੋਲ ਲੋ ਇਨਕਮ ਸਰਟੀਫਿਕੇਟ ਹੈਗਾ, ਕਾਰਡ ਹੈਗਾ, ਪੀਲਾ ਕਾਰਡ ਹੈਗਾ, ਉਹਨਾਂ ਨੂੰ ਹੀ 50 ਰੁਪਏ ਚਾਹੀਦਾ। ਅਗਰ ਦੂਸਰਾ ਬੰਦਾ ਤੁਸੀਂ ਭੇਜ ਕੇ ਦੇਖ ਲਓ, 5-7 ਬੰਦੇ ਆਪਣੇ ਵੇਖੋ, ਤੁਹਾਨੂੰ ਪਤਾ ਲੱਗ ਜਾਏਗਾ। ਜਿਨ੍ਹਾਂ ਦੇ ਕੋਲ ਲੋ ਇਨਕਮ ਸਰਟੀਫਿਕੇਟ ਨਹੀਂ ਹੈ ਕਿ ਉਹਨਾਂ ਦੇ ਹੁੰਦੇ ਨੇ 50 ਰੁਪਏ 'ਚ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ। ਮੈਨੂੰ ਪੁੱਛਣ ਦੀ ਸਵਾਲ ਦੀ ਲੋੜ ਹੀ ਨਹੀਂ। ਮੇਰੀ ਗੱਲ ਸੁਣੋ, ਜੇ 10 ਬੰਦੇ ਫੜੇ ਨੇ, 10 ਬੰਦੇ ਫੜੇ, ਜੇ 10 ਬੰਦੇ 'ਚ 2 ਬੰਦਿਆਂ ਨੂੰ ਕਰਾ ਵੀ ਦਿੱਤੀ ਨੇ ਜ਼ਮਾਨਤ, ਕੋਈ ਆਸਾਨ ਕਰਤਾ? ਗੁਰਦੁਆਰਾ ਕਮੇਟੀ ਹੈ, ਦਿੱਲੀ ਗੁਰਦੁਆਰਾ ਕਮੇਟੀ, ਤੇ ਉਹਨਾਂ ਨੇ ਨਹੀਂ ਕਰਨਾ। ਸਿੱਖਾਂ ਦੀ ਸੰਸਥਾ ਹੈ, ਜੇ ਇਹ ਨਹੀਂ ਕਰਨਗੇ, ਸਾਥ ਦੇਣਗੇ ਤਾਂ ਹੋਰ ਕੌਣ ਦਊਗਾ? ਜਿਸ ਤਰ੍ਹਾਂ ਲੰਗਰ ਜਿੱਦਾਂ ਦੇ ਇਹਨੇ ਕੀਤਾ, ਲੰਗਰ ਚਲਾਇਆ ਕੀਤਾ, ਲੰਗਰ ਵੰਡਿਆ ਕਰੋਨਾ ਦੇ ਟਾਈਮ, ਬੜਾ ਵੰਡਿਆ, ਮੈਂ ਕਹਿੰਨੀ ਕੀਤਾ ਸਭ ਕੁਝ। ਪਰ ਕਈ ਤਾਂ ਸਿੱਖ ਪਰਿਵਾਰ ਰੋਲਦੇ ਸੀ, ਉਹਨਾਂ ਨੂੰ ਤਾਂ ਇਹਨਾਂ ਨੇ ਦਿੱਤਾ ਨਹੀਂ। ਸਰਨਾ ਜਿਹੜੇ ਨੇ ਉਹ ਇਹ ਚੀਜ਼ ਕਹਿੰਦੇ ਸੀਗੇ ਕਿ ਜੇ ਮੇਰੀ ਪਾਰਟੀ ਦਾ ਕੋਈ ਵੀ ਮੈਂਬਰ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਜਾਏਗਾ ਤੇ ਮੈਂ ਖੁਦਕੁਸ਼ੀ ਕਰ ਲੂੰਗਾ। ਉਹਨਾਂ ਦੀ ਪਾਰਟੀ ਦਾ ਇੱਕ ਮੈਂਬਰ ਚਲਾ ਜਾਂਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਤੇ ਉਸ ਤੋਂ ਬਾਅਦ ਖੁਦਕੁਸ਼ੀ ਦਾ ਉਹਨਾਂ ਦਾ ਕੋਈ ਵੀ ਜਿਹੜਾ ਸਟੇਟਮੈਂਟ ਹੈ ਉਹ ਸਾਹਮਣੇ ਨਹੀਂ ਆਉਂਦਾ। ਇਹ ਤਾਂ ਬਿਲਕੁਲ ਸਰਨਾ ਸਾਹਿਬ ਨੇ ਜਦੋਂ ਹੁਣ ਖੁਦਕੁਸ਼ੀ ਕਰਨੀ ਚਾਹੀਦੀ ਹੈ। ਜੇ ਕਿਹਾ ਸੀ ਕਿ ਵੀ ਹੈ ਨਾ, ਇਹ ਗੱਲਾਂ ਖਿਆਲੀ ਪਲਾਓ ਨੇ ਇਹਨਾਂ ਦੀ, ਇਹ ਗੱਲਾਂ ਕਰਨੀਆਂ ਨੇ, ਫਿਰ ਕਰ ਲੈਂਦੇ। ਇਹ ਤਾਂ ਗੱਲਾਂ ਨੇ, ਇਹ ਤਾਂ ਕਹਿਣ ਦੀਆਂ ਗੱਲਾਂ ਨੇ। ਮੈਨੇ ਇਸ ਚੀਜ਼ ਨੇ, ਦੇਖੋ ਸਰਨਾ ਸਾਹਿਬ ਦਸਮ ਗ੍ਰੰਥ ਦੇ ਵਿਰੋਧੀ ਨੇ, ਮੈਂ ਦਸਮ ਗ੍ਰੰਥ ਨੂੰ ਮੰਨਣ ਵਾਲੀ। ਕਿ ਰੈਲੀ ਅਕਾਲੀ ਦਲ ਦੀ
ਤੇ ਲੰਗਰ ਇਹਨਾਂ ਕਮੇਟੀਆਂ ਦੇ ਵੱਲੋਂ ਜਿਹੜਾ ਹੈ ਇਹਨਾਂ ਗੋਲਕਾਂ ਦੇ ਵਿੱਚੋਂ ਜਿਹੜਾ ਹੈ ਲਗਾਇਆ ਜਾਂਦਾ। ਬਿਲਕੁਲ ਗੱਲ ਸਹੀ ਹੈ, ਇਹਦੇ 'ਚ ਤਾਂ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਹੈਗੀ। ਇਹ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ, ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਜਦੋਂ ਐਮਐਲਏ ਬਣਦੇ, ਐਮਐਲਏ ਦੀਆਂ ਇਲੈਕਸ਼ਨਾਂ ਹੁੰਦੀਆਂ ਨੇ, ਤੁਹਾਡੀ ਐਮਸੀ ਦੀਆਂ ਇਲੈਕਸ਼ਨਾਂ ਹੁੰਦੀਆਂ ਨੇ, ਇਹਨਾਂ ਦਾ ਉੱਥੋਂ ਹੀ ਜਾਂਦਾ ਖਰਚ। ਆਪਣਾ ਜੋ ਵੀ ਇਹਨਾਂ ਨੇ ਸੇਵਾਦਾਰ, ਇਹਨਾਂ ਨੂੰ ਜਿੰਨੇ EMPLOYE ਚਾਹੀਦੇ ਨੇ, ਉੱਥੇ ਵਰਕਰ ਜਿੰਨੇ ਚਾਹੀਦੇ ਇੱਥੋਂ ਹੀ ਜਾਂਦੇ ਨੇ, ਕੰਪਿਊਟਰ ਇੱਥੋਂ ਯੂਜ਼ ਕਰਦੇ ਨੇ, ਸਾਰਾ ਇਹਨਾਂ ਦਾ ਇੱਥੋਂ ਹੀ ਹੁੰਦਾ। ਧਾਰਮਿਕ ਸੰਸਥਾਵਾਂ ਦੇ ਵਿੱਚ ਜਿਸ ਤਰੀਕੇ ਦੀਆਂ ਕੁਰੀਤੀਆਂ, ਕਿਉਂਕਿ ਤੁਸੀਂ ਖੁਦ ਵੀ ਬਹੁਤ ਵੱਡੇ ਗੱਲਾਂ ਇਹਨਾਂ ਸੰਸਥਾਵਾਂ ਦੇ ਬਾਰੇ ਕਹਿ ਰਹੇ ਹੋ, ਭਾਵੇਂ ਸ਼੍ਰੋਮਣੀ ਕਮੇਟੀ ਹੋਵੇ, ਭਾਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਬਹੁਤ ਵੱਡੀਆਂ ਗੱਲਾਂ ਤੁਸੀਂ ਕੁਰੀਤੀਆਂ ਦੀਆਂ ਇਹਨਾਂ ਸੰਸਥਾਵਾਂ ਦੇ ਲਈ ਕੀਤੀਆਂ ਨੇ। ਇਹਨਾਂ ਕੁਰੀਤੀਆਂ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ, ਵੋਟਰਸ ਜਾਂ ਫਿਰ ਪ੍ਰਧਾਨ? ਦੋਨੋਂ ਹੀ ਹੈ। ਪ੍ਰਧਾਨ ਤੇ ਤਾਂ ਹੀ ਬੰਦੇ ਜੇ ਵੋਟਰਸ ਵੋਟ ਇਲੈਕਟ ਕਰਦੇ ਨੇ, ਤੇ ਵੋਟਰਸ ਦੀ ਗਲਤੀ ਹੈ। ਜਦ ਤੱਕ ਅਸੀਂ ਲੋਕੀ ਸ਼ਰਾਬਾਂ ਦੀਆਂ ਬੋਤਲਾਂ ਤੇ ਪੈਸੇ ਤੇ ਲਾਲਚ, ਜਿਹੜੇ ਕਿ 2 ਰੁਪਏ ਕਿਲੋ ਤੁਹਾਨੂੰ ਚੌਲ ਦੇਵਾਂਗੇ ਤੇ 4 ਰੁਪਏ ਕਿਲੋ ਤੁਹਾਨੂੰ ਆਟਾ ਦੇਵਾਂਗੇ, ਤੇ ਜਦ ਤੱਕ ਅਸੀਂ ਇਹ ਜਾਂ ਬਿਜਲੀ ਮਾਫ ਕਰਾਂਗੇ, ਤੁਹਾਨੂੰ ਮੋਟਰਾਂ ਫ੍ਰੀ ਦੇਵਾਂਗੇ, ਜਦ ਤੱਕ ਇਹ ਚੀਜ਼ ਰਹੂਗੀ ਤਦ ਤੱਕ ਨਾ ਵਧੀਆ ਪ੍ਰਧਾਨ, ਨਾ ਸਾਨੂੰ ਵਧੀਆ ਮਿਲਣਗੇ, ਤੇ ਨਾ ਹੀ ਸਾਫ਼ ਸੁਥਰੀ ਰਾਜਨੀਤੀ ਮਿਲੂਗੀ। ਅਸੀਂ ਹੀ ਵਿਗਾੜਨ ਵਾਲੇ ਹਾਂ ਤੇ ਅਸੀਂ ਹੀ ਸੁਧਾਰਨ ਵਾਲੇ। ਜਦ ਤੱਕ ਸਾਡੇ ਅੰਦਰੋਂ ਇਸ ਚੀਜ਼ ਦੀ ਤ੍ਰਿਸ਼ਨਾ, ਭੁੱਖ ਨਹੀਂ ਜਾਊਗੀ, ਅਸੀਂ ਤਦ ਤੱਕ ਇਸ ਦੇਸ਼ ਦਾ, ਇਸ ਕੌਮ ਦਾ ਕੁਝ ਨਹੀਂ ਹੋ ਸਕਦਾ। ਫਿਰ ਜਦੋਂ ਗੋਲਕਾਂ ਦੇ ਵਿੱਚੋਂ ਮਾਇਆ ਜਾਂਦੀ ਹੈ ਤਾਂ ਹਿਸਾਬ ਕਿਉਂ ਨਹੀਂ ਮੰਗਿਆ ਜਾਂਦਾ? ਜਿਸ ਤਰੀਕੇ ਨਾਲ ਅੱਜ ਸਵਾਲ ਖੜੇ ਹੋ ਰਹੇ ਨੇ, ਤਾਂ ਹਿਸਾਬ ਮੰਗਣ ਦੇ ਲਈ ਕਿਉਂ ਨਹੀਂ ਸਵਾਲ ਖੜੇ ਹੁੰਦੇ? ਇੱਕ ਪੈਸੇ ਦਾ ਹਿਸਾਬ ਕਿਉਂ ਨਹੀਂ ਮੰਗਿਆ? ਹਿਸਾਬ ਕਿਸ ਤਰ੍ਹਾਂ ਮੈਂ ਆਪਣਾ ਐਗਜ਼ਾਮਪਲ ਦੇਣੀ ਹਾਂ। ਹੁਣ ਮੈਂ ਮੈਂਬਰ ਹਾਂ, ਫੋਰ ਐਗਜ਼ਾਮਪਲ ਮੈਂ ਮੈਂਬਰ ਹਾਂ, ਮੈਂ ਤੁਹਾਨੂੰ ਵੋਟਾਂ ਪੈਸੇ ਦੇ ਕੇ ਤੁਹਾਨੂੰ ਮੈਂ ਖਰੀਦਿਆ ਤੇ ਮੈਂ ਜਿੱਤੀ ਹਾਂ, ਤੇ ਮੈਂ ਕੀਤਾ ਨਾ, ਫਿਰ ਮੈਂ ਪੈਸੇ ਨਾ, ਫਿਰ ਤੁਸੀਂ ਮੇਰੇ ਕੋਲ ਸਵਾਲ ਕਰੋ, ਮੈਂ ਤਾਂ ਤੁਹਾਨੂੰ ਇਹੀ ਜਵਾਬ ਦਾਂਗੀ। ਤੁਸੀਂ ਕਿਹੜੇ ਮੇਰੇ ਕੋਲ ਫ੍ਰੀ ਜਵਾਬ, ਤੁਸੀਂ ਮੇਰੇ ਕੋਲ ਸਵਾਲ ਕਰਨ ਵਾਲੇ ਕੋਣ? ਤੁਸੀਂ ਕਿਹੜੇ ਮੈਨੂੰ ਫ੍ਰੀ ਪਾਈਆਂ ਵੋਟਾਂ, ਪੈਸੇ ਲੈ ਕੇ ਵੋਟਾਂ ਪਾਈਆਂ ਨੇ, ਤੇ ਮੈਂ ਤਾਂ ਫਿਰ ਅੱਗੋਂ ਇਹੀ ਜਵਾਬ ਦਾਂਗੀ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਜੀਤ ਕੌਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬੇਸ਼ੱਕ ਆਪਣੇ ਆਪ ਦੇ ਵਿੱਚ ਧਾਰਮਿਕ ਸੰਸਥਾਵਾਂ ਨੇ, ਪਰ ਆਪ ਮੁਹਾਰੇ ਇਹਨਾਂ ਸੰਸਥਾਵਾਂ ਦੇ ਨਾਲ ਵੱਡੇ ਵੱਡੇ ਵਿਵਾਦ, ਵੱਡੇ ਵੱਡੇ ਘਪਲੇ, ਵੱਡੇ ਵੱਡੇ ਇਲਜ਼ਾਮ ਜੁੜਦੇ ਰਹੇ ਨੇ। ਤੇ ਇਹਨਾਂ ਦੀ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਬਾਦਲ, ਉਹ ਵੀ ਅਕਸਰ ਸਵਾਲਾਂ ਦੇ ਘੇਰੇ 'ਚ ਰਹਿੰਦੀ ਹੈ, ਕਿਉਂਕਿ ਬਹੁਤ ਵਾਰ ਦੂਸ਼ਣ ਲੱਗਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਪਰਚੀ ਸੁਖਬੀਰ ਬਾਦਲ ਦੀ ਜੇਬ 'ਚੋਂ ਨਿਕਲਦੀ ਹੈ, ਤੇ ਉਹ ਦਿੱਲੀ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਭਾਵ ਦਿੱਲੀ ਕਮੇਟੀ ਦੇ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਇਹ ਇਲਜ਼ਾਮ ਅਕਸਰ ਸੱਚ ਹੁੰਦੇ ਵੀ ਕਈ ਵਾਰੀ ਵਿਖਾਈ ਦਿੰਦੇ ਨੇ, ਔਰ ਇਸ ਵਾਰ ਦਿੱਲੀ ਕਮੇਟੀ ਚੋਣਾਂ ਤੋਂ ਬਾਅਦ ਇੱਕ ਨਵਾਂ ਵਿਵਾਦ ਖੜਾ ਹੋਇਆ ਹੈ, ਜਦੋਂ ਮੈਂਬਰਾਂ ਦੀ ਨੋਮੀਨੇਸ਼ਨ ਹੋ ਰਹੀ ਹੈ। 2 ਪ੍ਰਾਇਮਰੀ ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚੋਂ ਦੋਵਾਂ ਮੈਂਬਰਾਂ ਨੂੰ ਲੈ ਕੇ ਵਿਵਾਦ ਜਿਹੜੇ ਨੇ ਖੜੇ ਹੋ ਗਏ ਨੇ। ਇੱਕ ਅਹੂਜਾ ਜਿਨ੍ਹਾਂ ਨੂੰ ਕਿ ਗੁਰਮੁਖੀ ਭਾਸ਼ਾ ਨਾ ਲਿਖਣੀ ਆਉਂਦੀ ਹੈ ਤੇ ਨਾ ਪੜ੍ਹਨੀ ਆਉਂਦੀ ਹੈ, ਜਿਸ ਕਰਕੇ ਉਹਨਾਂ ਦੀ ਨਾਮਜ਼ਦਗੀ ਤੇ ਸਵਾਲ ਚੁੱਕੇ ਗਏ ਤੇ ਉਹਨਾਂ ਨੂੰ ਨਾਮਜ਼ਦਗੀ ਰੱਦ ਕਰ ਦਿੱਤੀ ਗਈ। ਤੇ ਦੂਜੇ ਬਿਕਰਮ ਸਿੰਘ ਰੌਣੀ, ਜਿਨ੍ਹਾਂ ਦੇ ਉੱਤੇ ਉਹੀ ਇਲਜ਼ਾਮ ਲੱਗਿਆ ਜੋ ਸੁੱਚਾ ਸਿੰਘ ਲੰਗਾ ਤੇ ਲੱਗਿਆ ਸੀ, ਔਰ ਇਸ ਸਭ ਤੇ ਸਵਾਲ ਖੜੇ ਕੀਤੇ ਨੇ ਬੀਬੀ ਨਿਰਪ੍ਰੀਤ ਕੌਰ, ਜੋ ਕਿ 84 ਕਤਲੇਆਮ ਦੇ ਪੀੜਿਤ ਵੀ ਰਹੇ ਨੇ। 84 ਕਤਲੇਆਮ ਆਪਣੇ ਹੱਡੀ ਹੰਡਾਇਆ ਹੈ, ਔਰ ਉਹਨਾਂ ਨੇ ਇਸ ਨਾਮਜ਼ਦਗੀ ਦੇ ਉੱਤੇ ਬੜੇ ਵੱਡੇ ਸਵਾਲ ਖੜੇ ਕੀਤੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬੀਬੀ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਬਿਕਰਮ ਸਿੰਘ ਰੌਣੀ ਦੀ ਨਾਮਜ਼ਦਗੀ ਨੂੰ ਲੈ ਕੇ ਬੜੇ ਵੱਡੇ ਸਵਾਲ ਤੁਹਾਡੇ ਵੱਲੋਂ ਖੜੇ ਕੀਤੇ ਗਏ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬਹੁਤ ਵੱਡੇ ਸਵਾਲ ਕੀਤੇ ਗਏ ਨੇ। ਮਾਮਲਾ ਕੀ ਹੈ? ਦਿੱਲੀ ਗੁਰਦੁਆਰਾ ਕਮੇਟੀ ਦੇ ਇਹਦੇ 'ਚ 2 ਨੇ ਇਸ਼ੂ, ਕੱਲਾ ਬਿਕਰਮ ਸਿੰਘ ਰੌਣੀ ਦਾ ਇਸ਼ੂ ਨਹੀਂ ਹੈ। 2 ਮੈਂਬਰ ਇੱਕ ਐਸੇ ਨੇ ਜਿਹੜਾ ਹਰਵਿੰਦਰ ਸਿੰਘ ਕੇਪੀ, ਜਿਹੜੇ ਇਲੈਕਟਡ ਨੇ, ਔਰ ਜਸਬੀਰ ਸਿੰਘ ਜੱਸੀ, ਜਿਨ੍ਹਾਂ ਨੂੰ ਨਾ ਪੰਜਾਬੀ ਲਿਖਣੀ ਆਉਂਦੀ ਹੈ ਨਾ ਪੜ੍ਹਨੀ ਆਉਂਦੀ ਆ, ਔਰ ਉਹ ਟੈਸਟ ਵੀ ਕਲੀਅਰ ਨਹੀਂ ਕਰ ਸਕੇ। ਧੋਖੇ ਦੇ ਨਾਲ, ਉਹਨਾਂ ਆਰਓ ਦੇ ਨਾਲ ਸੈਟਿੰਗ ਦੇ ਨਾਲ ਉਹਨਾਂ ਨੇ ਟੈਸਟ ਪਾਸ ਕੀਤਾ ਔਰ ਇਲੈਕਟਡ ਮੈਂਬਰ ਬਣ ਚੁੱਕੇ ਆ। ਜਿਹੜੇ ਦੂਸਰੇ 2 ਨਾਮਜ਼ਦ ਕੀਤੇ ਨੇ, ਜਿਹੜੇ ਕਾਪਸ ਦੇ ਵਿੱਚ ਰੱਖਿਆ, ਇੱਕ ਅਰਵਿੰਦਰ ਸਿੰਘ ਆਹੂਜਾ ਤੇ ਦੂਸਰੇ ਨੇ ਵਿਕਰਮ ਸਿੰਘ ਰੋਹਣੀ। RS ਆਹੂਜਾ ਜਿਹੜੇ ਹੈਗੇ ਨੇ ਮੈਂਬਰ, ਜਿਹੜੇ ਹੈਗੇ ਨੇ, ਉਹਨਾਂ ਨੂੰ ਨਾ ਪੰਜਾਬੀ ਲਿਖਣੀ ਆਉਂਦੀ ਨਾ ਪੜ੍ਹਨੀ ਆਉਂਦੀ। ਉਹਨਾਂ ਦੀ ਕੰਪਲੇਂਟ ਕੀਤੀ ਸੀ, ਉਹ ਕੰਪਲੇਂਟ ਰੱਦ ਹੋ ਗਈ। ਕੰਪਲੇਂਟ ਜਿਹੜੀ ਹੈਗੀ ਐਕਸੈਪਟ ਕਰ ਲਈ ਤੇ ਉਹਨਾਂ ਦੀ ਨਾਮਜ਼ਦਗੀ ਰੱਦ ਕਰ ਦਿੱਤੀ। ਦੂਸਰੀ ਕੰਪਲੇਂਟ ਕੀਤੀ ਸੀ ਵਿਕਰਮ ਸਿੰਘ ਰੋਹਣੀ ਦੀ, ਜਿਹੜੇ ਰੋਹਣੀ ਸੈਕਟਰ ਤੋਂ ਨੇ, ਕਿ ਬਈ ਉਹਨਾਂ ਤੇ ਸੇਮ ਜਿਸ ਤਰ੍ਹਾਂ ਸੁੱਚਾ ਸਿੰਘ ਲੰਗਾ ਔਰ ਚਰਨਜੀਤ ਸਿੰਘ ਚੱਡਾ ਤੇ ਜੋ ਬਲੇਮ ਜਿਸ ਤਰ੍ਹਾਂ ਦੇ ਲੱਗੇ, ਇੱਦਾਂ ਦੇ ਹੀ ਇਹਨਾਂ ਦੇ ਤੇ ਲੱਗੇ। ਮੈਂ ਕਹਿੰਦੀ ਹਾਂ ਕਿ ਵੀ ਅਕਾਲੀ ਦਲ ਦਾ ਮਿਆਰ ਇੰਨਾ ਥੱਲੇ ਡਿੱਗ ਚੁੱਕਾ ਕਿ ਵੀ ਇਹਨਾਂ ਨੂੰ
ਮੈਂਬਰਾਂ ਦੀ ਲੋੜ ਇਹੋ ਜਿਹੇ ਬੰਦਿਆਂ ਦੀ ਲੋੜ ਪੈਂਦੀ ਹੈ। ਕभी ਉਹ ਕਰਨਾ ਕੀ ਇਹਨਾਂ ਨੂੰ ਹੋਰ ਕੋਈ ਮੈਂਬਰ ਨਹੀਂ ਮਿਲਦੇ ਜਾਂ ਇਹਨਾਂ ਦੇ ਕੋਲ ਹੋਰ ਕੋਈ ਮੈਂਬਰ ਨਹੀਂ ਹੈਗੇ ਨੇ ਜਿਹੜੇ ਇਹਨਾਂ ਨੂੰ ਇਹੀ ਲੈਣੇ ਪੈਂਦੇ ਨੇ, ਜਾਂ ਫਿਰ ਇਹ ਆਪਣੀ ਵੋਟ ਬੈਂਕਿੰਗ ਕਰਕੇ ਕभी ਆਪਣੇ ਕਰਕੇ ਵੀ ਇਹੋ ਜਿਹੇ ਬੰਦਿਆਂ ਨੂੰ ਨਾਲ ਜੋੜ ਲੈਂਦੇ ਨੇ। ਜਿਸ ਤਰ੍ਹਾਂ ਸੁੱਚਾ ਸਿੰਘ ਲੰਗਾ ਨੂੰ ਔਰ ਚਰਨਜੀਤ ਸਿੰਘ ਚੱਡਾ ਨੂੰ ਰੱਖਿਆ, ਬਾਅਦ 'ਚ ਜਦੋਂ ਇਹਨਾਂ ਦੀ ਲੋੜ ਨਹੀਂ ਪਈ, ਜਦੋਂ ਹੋਇਆ ਇਹਨਾਂ ਦਾ ਵਿਰੋਧ ਹੋਇਆ ਤੇ ਇਹਨਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ। ਯੂਜ਼ ਐਂਡ ਥਰੋ ਵਾਲਾ ਕੰਮ ਕੀਤਾ। ਸੇਮ ਸਿਚੁਏਸ਼ਨ ਇੱਥੇ ਹੈ ਕਿ ਹੁਣ ਵਿਕਰਮ ਸਿੰਘ ਰੋਣੀ ਦੀ ਲੋੜ ਹੈ ਤੇ ਉਹਨੂੰ ਕਰਤਾ, ਇਲੈਕਟਡ ਕਰ ਲਿਆ, ਜਦੋਂ ਹੈਗਾ ਤੇ ਉਹਨੂੰ ਵੀ ਕੱਢ ਕੇ ਬਾਹਰ ਸੁੱਟ ਦੇਣਗੇ। ਪਰ ਕੀ ਇਹ ਅਕਾਲੀ ਦਲ ਦਾ, ਮੈਂ ਸਵਾਲ ਕਰਦੀ ਮੈਂ ਦੋਨੋਂ ਵੱਡੇ ਬਾਦਲ ਸਾਹਿਬ ਨੂੰ, ਛੋਟੇ ਬਾਦਲ ਸਾਹਿਬ ਨੂੰ, ਕਿ ਇਹ ਅਕਾਲੀ ਦਲ ਪੰਥਕ ਪਾਰਟੀ ਜਿਹੜੀ ਹੈਗੀ ਹੈ ਬੜੀਆਂ ਕੁਰਬਾਨੀਆਂ ਦੇ ਕੇ ਬਣੀਆਂ ਨੇ। ਤੁਸੀਂ ਇਹਨੂੰ ਐਵੇਂ ਛੋਟਾ ਮੋਟਾ ਨਾ ਸਮਝੋ ਕਿ ਵੀ ਆਪਣੇ ਸਿਆਸਤ ਵਾਸਤੇ ਯੂਜ਼ ਨਾ ਕਰੋ, ਕਿ ਤੁਸੀਂ ਆਪਣੇ ਸਵਾਰਥ ਵਾਸਤੇ ਨਾ ਯੂਜ਼ ਕਰੋ। ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਮਿਆਰੀ ਨੇ ਤੁਹਾਡੇ ਕੋਲ ਕੋਈ ਹੋਰ ਮੈਂਬਰ ਨਹੀਂ ਹੈ, ਤੁਸੀਂ ਕਿਸੇ ਹੋਰ ਨੂੰ ਇਲੈਕਟ ਕਰ ਲੈਂਦੇ ਇਹੋ ਜਿਹੇ ਹੀ ਬੰਦੇ ਨੂੰ ਕਿਤੇ। ਜਾਂ ਫਿਰ ਤੁਹਾਡਾ ਡਬਲ ਸਟੈਂਡਰਡ ਹੈਗਾ ਕਿ ਸੁੱਚਾ ਸਿੰਘ ਲਗਾ ਲੈ, ਚਰਨਜੀਤ ਸਿੰਘ ਚੱਡਾ ਲਈ ਹੋਰ ਆ, ਵਿਕਰਮ ਸਿੰਘ ਰੋਣੀ ਲਈ ਹੋਰ ਆ। ਇਹ ਇਦਾਂ ਦਾ ਕਿਉਂ ਵਿਵਾਦ ਹੈ? ਜਾਂ ਤਾਂ ਫਿਰ ਤੁਸੀਂ ਉਹਨਾਂ ਨੂੰ ਵੀ ਮਾਫ ਕਰਕੇ ਉਹਨਾਂ ਨੂੰ ਵੀ ਗਲੇ ਲਾ ਲਓ, ਤੇ ਜਾਂ ਫਿਰ ਉਹਨੂੰ ਕੀ ਗੱਲ ਹੈ ਪਾਰਟੀ 'ਚ ਨਹੀਂ ਕੱਢ ਸਕਦੇ? ਕੀ ਕਾਰਨ ਹੈ ਸੁਖਬੀਰ ਸਿੰਘ ਬਾਦਲ ਦਾ ਕਿ ਜਿਹੜਾ ਇਹੋ ਜਿਹੇ ਬੰਦਿਆਂ ਨੂੰ ਪਾਰਟੀ 'ਚ ਨਹੀਂ ਕੱਢਦਾ, ਇਹੋ ਜਿਹੇ ਬੰਦਿਆਂ ਨੂੰ ਇਲੈਕਟ ਕਰਕੇ ਰੱਖ ਰਿਹਾ? ਅਕਾਲੀ ਦਲ ਆਪਣਾ ਸਟੈਂਡ ਦੱਸੇ। ਇਹ ਤੇ ਇਹਨਾਂ ਨੇ ਉਦਾਂ ਦਾ ਕੀਤਾ ਜਿੱਦਾਂ 84 ਦੇ ਵਿੱਚ ਕੀਤਾ। 84 ਦੇ ਜਿਹੜੇ ਇਹਨਾਂ ਨੇ 84 ਦੇ ਜਿਹੜੇ ਪਿੰਡ ਜਿਨ੍ਹਾਂ ਨੇ ਸੌਦੇਬਾਜ਼ੀਆਂ ਕੀਤੀਆਂ, ਮੈਂਬਰਾਂ ਨੇ ਜਿਹੜੇ ਗਵਾਹਾਂ ਨੂੰ ਮੁਕਰਾਇਆ, ਅਕਾਲ ਤਖਤ ਸਾਹਿਬ ਤੋਂ ਤਨਖਾਹੀ ਹੋਏ ਨੇ, ਉਹਨਾਂ ਨੂੰ ਇਹਨਾਂ ਨੇ ਟਿਕਟਾਂ ਦੇ ਕੇ ਨਵਾਜਿਆ, ਆਪਣੇ ਨਾਲ ਮੈਂਬਰ ਬਣਾਏ ਨੇ। ਫਿਰ ਇਹਨਾਂ ਨੇ ਕੀਤਾ ਸੇਮ ਸਟੋਰੀ ਇੱਥੇ ਹੋ ਰਹੀ ਹੈ। ਦੂਸਰੇ ਇੱਕ ਪਾਸੇ ਰੌਲਾ ਪਾਉਂਦੇ ਅਸੀਂ 84 ਦੇ ਕਾਤਲਾਂ ਦੇ ਨਾਲ, ਅਸੀਂ 84 ਦੇ ਪੀੜਤਾਂ ਨੂੰ ਇਨਸਾਫ ਦਵਾ ਰਹੇ ਹਾਂ। ਦੂਜੇ ਪਾਸੇ ਜਿਹੜੇ 84 ਦੇ ਸੌਦੇ ਕੀਤੇ ਉਹਨਾਂ ਨੂੰ ਇਹ ਕਰਦੇ ਆ, ਜਿਹੜੇ 84 ਦੇ ਪੀੜਤਾਂ ਨੂੰ ਉਹਨਾਂ ਨੂੰ ਤਾਂ ਇਲੈਕਸ਼ਨਾਂ 'ਚ ਖੜਾ ਵੀ ਨਹੀਂ ਹੋਣ ਦਿੰਦੇ, ਜਿੱਤਣ ਵੀ ਨਹੀਂ ਦਿੰਦੇ। ਜੇ ਉਹਨੂੰ ਪਤਾ, ਕਿਉਂਕਿ ਇਹਨਾਂ ਨੂੰ ਪਤਾ ਕਿ ਵੀ ਜੇ ਜਿੱਤ ਗਏ ਤੇ ਸਾਡੀ ਤੇ ਜਿਹੜੀ ਦੁਕਾਨਦਾਰੀ ਬੰਦ ਹੋ ਜੂਗੀ। ਇੰਨੇ ਸਾਲੇ ਜਿਹੜੇ ਸਾਡੇ ਲੋਕਾਂ ਕੋਲ ਵੋਟਾਂ ਮੰਗਦੇ ਸਾਡੇ ਨਾਂ ਦੀਆਂ ਹੀ ਤੇ ਲੈਂਦੇ, ਜਿੱਤਦੇ ਰਹੇ ਸਾਡੀਆਂ, ਸਾਡੇ ਕਰਕੇ ਜਿੱਤ ਕੇ ਤੇ ਆਉਂਦੇ ਰਹੇ। ਹੋਰ ਇਹਨਾਂ ਦੇ ਕੋਲ ਮੁੱਦਾ ਹੈ ਕਿਹੜਾ ਸੀ? ਜੇ ਗੱਲ ਪੰਜਾਬ ਦੀ ਗੱਲ ਕਰੋ, ਪੰਜਾਬ 'ਚ ਤਾਂ ਲੋਕੀ ਇਹਨਾਂ ਨੂੰ ਪਹਿਲਾਂ ਹੀ ਗਾਲਾਂ ਕੱਢਦੇ ਨੇ, ਕਰਦੇ। 78 ਦੇ ਵਿੱਚ ਇਹਨਾਂ ਨੇ ਧੋਖੇ ਕੀਤੇ ਨੇ, 13 ਸਿੰਘ ਇਹਨਾਂ ਨੇ ਸ਼ਹੀਦ ਕਰਾਏ ਨੇ। 84 ਦੇ ਵਿੱਚ ਇਹਨਾਂ ਦੀ ਲੈਟਰਾਂ ਫੜੀਆਂ ਗਈਆਂ, ਖਾਲਿਸਤਾਨ ਦੇ ਇਹਨਾਂ ਨੇ ਆਪ ਖਾਲਿਸਤਾਨ ਦੀ ਹਮਾਇਤੀ ਬਣੇ ਨੇ, ਤੇ ਬਾਅਦ 'ਚ ਆਪਣੇ ਬੱਚੇ ਕਢਾ ਕੇ ਤੇ ਦੂਜੇ ਲੋਕਾਂ ਦੇ ਬੱਚੇ ਮਰਵਾ ਦਿੱਤੇ ਨੇ। ਸੇਮ ਸਿਚੁਏਸ਼ਨ ਹੁਣ ਇੱਥੇ ਹੈ। ਜੀਕੇ ਜਾਗੋ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ, ਮਨਜੀਤ ਸਿੰਘ ਜੀਕੇ ਦੀ ਪਾਰਟੀ ਦੇ ਨਾਲ, ਜਿਨ੍ਹਾਂ ਨੇ ਬਿਕਰਮ ਸਿੰਘ ਰੌਣੀ ਦੇ ਖਿਲਾਫ ਜਿਹੜੀ ਕੰਪਲੇਂਟ ਹੈ ਉਹ ਦਾਇਰ ਕੀਤੀ ਸੀ ਕਿ ਇਸ ਤਰੀਕੇ ਦਾ ਜਿਹੜਾ ਮੁੱਦਾ ਹੋਇਆ। ਹੁਣ ਤੁਸੀਂ ਵੀ ਇਸ ਮਾਮਲੇ ਨੂੰ ਚੁੱਕ ਰਹੇ ਹੋ, ਕਿੱਥੇ ਤੱਕ ਪਹੁੰਚ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ? ਕੀ ਅਕਾਲੀ ਦਲ ਦੇ ਨਾਲ ਸੰਪਰਕ ਕੀਤਾ ਹੈ ਜਾਂ ਫਿਰ ਕਾਨੂੰਨੀ ਜਿਹੜੇ ਦਾਅ ਪੇਚ ਨੇ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ? ਦੇਖੋ, ਅਕਾਲੀ ਦਲ ਦੇ ਬਿਲਕੁਲ ਜਿਹੜੇ ਸੁਖਬੀਰ ਬਾਦਲ ਦੇ ਨੇੜੇ ਬੰਦੇ ਜਿਹੜੇ ਹੈਗੇ ਨੇ, ਮੈਂ ਉਹਨਾਂ ਨੂੰ ਪਹੁੰਚ ਕੀਤੀ ਆ, ਉਹਨਾਂ ਤੱਕ ਮੈਂ ਮੈਸੇਜ ਕੀਤੇ ਨੇ ਕਿ ਵੀ ਤੁਸੀਂ ਇਹ ਕੰਮ ਨਾ ਕਰੋ। ਉੱਧਰੋਂ ਇਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ। ਹਾਰ ਕੇ ਮੈਨੂੰ ਪੀਸੀ ਕਰਨੀ ਪਈ। ਮੈਂ ਇਸ ਕਰਕੇ ਕੀਤੀ ਹੈ ਕਿ ਵੀ ਇਸ ਤਰ੍ਹਾਂ ਕਰਕੇ ਕਿ ਸ਼ਾਇਦ ਜਦੋਂ ਪਬਲਿਕ 'ਚ ਗੱਲ ਆਏਗੀ ਤਾਂ ਹੀ ਅਕਲ ਆ ਜਾਏ ਇਹਨਾਂ ਨੂੰ, ਕਿ ਪਾਰਟੀ 'ਚੋਂ ਕੱਢ ਦੇਣ, ਕभी ਇਹੋ ਜਿਹੇ ਬੰਦਿਆਂ ਨੂੰ ਪਿੱਛੇ ਕਰ ਦੇਣ ਅਤੇ ਸਾਫ ਸੁਥਰੇ ਛਵੀ ਵਾਲੇ ਬੰਦੇ ਲਿਆਉਣ। ਜੇ ਨਹੀਂ ਕੀਤਾ ਤਾਂ ਫਿਰ ਤਾਂ ਕੋਰਟ ਦਾ ਦਰਵਾਜ਼ਾ ਖੜਕਾਉਣਾ ਹੀ ਪਏਗਾ। ਤੁਸੀਂ ਸਾਫ ਸੁਥਰੀ ਛਵੀ ਦਾ ਜ਼ਿਕਰ ਕੀਤਾ ਹੈ। ਕੁਝ ਮਹੀਨੇ ਪਹਿਲਾਂ ਫਰੀਦਕੋਟ ਦੇ ਗੁਰਦੁਆਰਾ ਗੰਗਸਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਉਹ ਗੁਰਦੁਆਰਾ ਸਾਹਿਬ ਆਉਂਦਾ ਹੈ। ਉੱਥੋਂ ਅਸ਼ਲੀਲ ਵਸਤੂਆਂ ਮਿਲਦੀਆਂ ਨੇ, ਸ਼ਰਾਬ ਮਿਲਦੀ ਹੈ, ਮਾਂਸ ਦੇ ਟੁਕੜੇ ਮਿਲਦੇ ਨੇ। ਉਸ ਵੇਲੇ ਉਹਨਾਂ ਜਿਹੜੇ ਦੋਸ਼ੀ ਪਾਏ ਗਏ ਮੁਲਾਜ਼ਮ ਸੀ, ਸ਼ਰੇਆਮ ਸੰਗਤ ਨੇ ਰੰਗੇ ਹੱਥੀਂ ਫੜਵਾਇਆ, ਉਹਨਾਂ ਦੇ ਉੱਤੇ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ। ਤੁਹਾਨੂੰ ਕੀ ਲੱਗਦਾ ਹੈ ਇਸ ਕਦਮ ਦੇ ਨਾਲ ਇਹਨਾਂ ਦੀ ਜਿਹੜੀ ਨਾਮਜ਼ਦਗੀ ਹੈ ਉਹ ਰੱਦ ਹੋ ਜਾਏਗੀ? ਦੇਖੋ, ਜੇ ਇਹਨਾਂ ਨੇ ਕਰਨੀ ਹੁੰਦੀ ਨਾਮਜ਼ਦਗੀ ਰੱਦ, ਕਿਤੇ ਇਹੋ ਜਿਹੇ ਬੰਦੇ ਇਹਨਾਂ ਨੂੰ ਲਿਆਂਦੇ ਹੀ ਨਾ। ਅਸੀਂ, ਮੇਰਾ ਤੇ ਕਹਿਣ ਦਾ ਭਾਵ ਇਹ ਗੱਲ ਹੈ ਪਬਲਿਕ ਨੂੰ ਸੱਚਾਈ ਸਾਹਮਣੇ ਦੱਸਣਾ। ਜਿਹੜਾ ਰੌਲਾ ਪਾਉਂਦੇ ਨੇ ਕਿ ਅਸੀਂ ਪੰਥਕ ਪਾਰਟੀ ਹਾਂ ਅਤੇ ਭੋਲੇ ਭਾਲੇ ਲੋਕ ਵੀ ਜੀ, ਅਸੀਂ ਸਾਡੇ ਬਜ਼ੁਰਗ ਜਿਹੜੇ ਕਹਿੰਦੇ ਆ ਨਹੀਂ ਜੀ ਅਸੀਂ ਤਾਂ ਪੰਥਕ ਹਾਂ, ਅਸੀਂ ਤਾਂ ਅਕਾਲੀਆਂ ਨੂੰ, ਤੱਕੜੀ ਨੂੰ ਵੋਟ ਪਾਣੀ ਆ। ਵੀ ਉਹਨਾਂ ਨੂੰ ਵੀ ਪਤਾ ਲੱਗ ਜਾਏ ਜਿਸ ਤੱਕੜੀ ਨੂੰ ਤੁਸੀਂ ਕਹਿੰਦੇ ਪਾਣੇ, ਕਿ ਉਹ ਤੱਕੜੀ ਕਰਦੀ ਕੀ ਪਈ ਆ, ਅਤੇ ਵੀ ਹੁਣ ਖਹਿੜਾ ਛੱਡੋ ਤੱਕੜੀ ਦਾ। ਤੁਸੀਂ ਤੱਕੜੀ 'ਤੇ ਸਵਾਲ ਕਰ ਰਹੇ ਹੋ। ਔਰ ਜਦੋਂ ਮਨਜਿੰਦਰ ਸਿੰਘ ਸਿਰਸਾ ਆਪਣੀ ਚੋਣ ਕੈਂਪੇਨ ਕਰਦੇ ਰਹੇ ਨੇ, ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚੋਣ ਪ੍ਰਚਾਰ ਕਰਦੇ ਰਹੇ ਨੇ, ਤਾਂ ਉਹਨਾਂ ਨੇ ਵਾਰ-ਵਾਰ ਬਾਲਾ ਪ੍ਰੀਤਮ ਹਸਪਤਾਲ ਦਾ ਜ਼ਿਕਰ ਕੀਤਾ ਹੈ ਕਿ ਜੋ ਕੰਮ ਦਿੱਲੀ ਸਰਕਾਰ ਨਹੀਂ ਕਰ ਸਕੀ ਉਹ ਸਾਡੇ ਹਸਪਤਾਲ ਨੇ ਕੀਤਾ ਹੈ। ਉਸੇ ਆਧਾਰ ਦੇ ਉੱਤੇ ਉਹ ਵੋਟਿੰਗ ਲੈਣ ਦੇ ਵਿੱਚ ਵੀ ਆਪਣੀ ਪਾਰਟੀ ਲਈ ਕਿਤੇ ਨਾ ਕਿਤੇ ਕਾਮਯਾਬ ਮੰਨੇ ਜਾ ਰਹੇ ਨੇ, ਹਾਲਾਂਕਿ ਉਹ ਆਪਣੀ ਸੀਟ ਹਾਰ ਗਏ ਨੇ। ਬਾਲਾ ਪ੍ਰੀਤਮ ਹਸਪਤਾਲ ਉਹਨਾਂ ਨੇ ਦੱਸਿਆ ਕਿ ਲੋਕਾਂ ਦੀ ਸੇਵਾ ਲਈ ਮੁਫਤ ਸੇਵਾਵਾਂ ਪ੍ਰਦਾਨ ਕਰਦਾ ਹੈ। ਬਿਲਕੁਲ ਗੱਲ ਗਲਤ ਹੈ। ਬਾਲਾ ਪ੍ਰੀਤਮ ਗੁਰਦੁਆਰਾ ਸਾਹਿਬ ਦਾ ਜਿਹੜਾ ਹੈਗਾ MRI ਦਾ ਜਿਹੜਾ ਉੱਥੇ ਖੋਲ੍ਹਿਆ ਇਹਨਾਂ ਨੇ,
ਇਹ ਬਿਲਕੁਲ ਗੁੰਮਰਾਹ ਕੀਤਾ ਇਹਨਾਂ ਨੇ। ਸੇਮ ਜਿਹੜਾ ਪ੍ਰੋਸੀਜਰ ਹੈਗਾ ਸਰਕਾਰੀ ਹਸਪਤਾਲਾਂ ਤੇ ਜਿਨ੍ਹਾਂ ਕੋਲ ਲੋ ਇਨਕਮ ਸਰਟੀਫਿਕੇਟ ਹੈਗਾ ਜਾਂ ਪੀਲਾ ਕਾਰਡ ਜਿਹੜਾ ਬਣਿਆ ਗਰੀਬੀ ਰੇਖਾ ਦੇ ਵਿੱਚ ਜਿਨ੍ਹਾਂ ਦੇ ਕਾਰਡ ਬਣੇ ਹੁੰਦੇ ਨੇ, ਉਹਨਾਂ ਨੂੰ 50 ਰੁਪਏ ਇਹਨਾਂ ਦੇ ਅਲਾਉਡ ਹੈਗਾ ਕੀਤਾ, ਉਹਨਾਂ ਦੇ ਹੁੰਦੇ ਆ। ਉੱਥੇ ਹੀ ਹੈਗਾ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਵੀ ਇੱਥੇ ਇਹੀ ਹੈਗਾ, ਜਿਨ੍ਹਾਂ ਦੇ ਕੋਲ ਲੋ ਇਨਕਮ ਸਰਟੀਫਿਕੇਟ ਹੈਗਾ, ਕਾਰਡ ਹੈਗਾ, ਪੀਲਾ ਕਾਰਡ ਹੈਗਾ, ਉਹਨਾਂ ਨੂੰ ਹੀ 50 ਰੁਪਏ ਚਾਹੀਦਾ। ਅਦਰਵਾਇਜ਼ ਦੂਸਰਾ ਬੰਦਾ ਤੁਸੀਂ ਭੇਜ ਕੇ ਦੇਖ ਲਓ 5-7 ਬੰਦੇ ਆਪਣੇ ਵੇਖੋ, ਤੁਹਾਨੂੰ ਪਤਾ ਲੱਗ ਜਾਏਗਾ। ਜਿਨ੍ਹਾਂ ਦੇ ਕੋਲ ਲੋ ਇਨਕਮ ਸਰਟੀਫਿਕੇਟ ਨਹੀਂ ਹੈ ਕਿ ਉਹਨਾਂ ਦੇ ਹੁੰਦੇ ਨੇ 50 ਰੁਪਏ 'ਚ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ, ਮੈਨੂੰ ਪੁੱਛਣ ਦੀ ਸਵਾਲ ਦੀ ਲੋੜ ਹੀ ਨਹੀਂ। ਇਸ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ ਕਿਸਾਨੀ ਸੰਘਰਸ਼ ਦੇ ਦੌਰਾਨ ਜਿਹੜੇ ਵੀ ਨੌਜਵਾਨ ਪੁਲਿਸ ਦੀ ਹਿਰਾਸਤ ਦੇ ਵਿੱਚ ਲਏ ਗਏ ਨੇ, ਉਹਨਾਂ ਨੂੰ ਹਰ ਰੋਜ਼ ਰਿਹਾ ਕਰਾਉਣ ਦਾ ਆਪਣੇ ਸੋਸ਼ਲ ਮੀਡੀਆ ਤੇ ਡੰਕਾ ਵਜਾਉਂਦੇ ਰਹੇ ਨੇ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਖਰਚੇ ਦੇ ਉੱਤੇ ਵਕੀਲ ਕਰਕੇ ਉਹਨਾਂ ਨੌਜਵਾਨਾਂ ਨੂੰ ਰਿਹਾ ਕਰਾ ਰਹੀ ਹੈ, ਜਿਨ੍ਹਾਂ ਨੂੰ ਰਿਹਾ ਕਰਾਉਣ ਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਸਫਲ ਨਹੀਂ ਹੋ ਸਕੀਆਂ। ਤੁਹਾਨੂੰ ਮੈਂ ਨੰਬਰ ਦੇ ਦੇਣੀ ਆ ਵਕੀਲਾਂ ਦੇ, ਜਿਹੜੇ ਵਕੀਲਾਂ ਦਾ ਪੈਨਲ ਇਹਨਾਂ ਨੇ ਬਣਾਇਆ ਸੀ, ਉਹਨਾਂ ਵਕੀਲਾਂ ਨੂੰ ਪੁੱਛ ਲਓ ਕਿ ਤੁਹਾਨੂੰ ਕਿੰਨੇ ਪੈਸੇ ਕਮੇਟੀ ਨੇ ਦਿੱਤੇ ਨੇ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ। ਦੂਸਰੀ ਗੱਲ ਹੈਗੀ ਹੈ ਕਿ ਜਿਹੜੇ ਕਿਤੇ ਡੰਕਾ ਵਜਾਉਂਦੇ ਸੀਗੇ ਨਾ, ਇਸ ਗੱਲ ਦਾ ਤੇ ਜਵਾਬ ਰਾਜੇਵਾਲ ਸਾਹਿਬ ਨੇ ਔਰ ਜਿਹੜੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਵਾਲੇ, ਉਹਨਾਂ ਨੇ ਇੱਕ ਅਨਾਉਂਸਮੈਂਟ ਵੀ ਕੀਤੀ ਸੀ ਕਿ ਵੀ ਸਿਰਸਾ ਸਿਰਫ ਫੋਟੋਆਂ ਖਿਚਾਉਂਦਾ ਆਪਣੀ ਵੋਟ ਕਰ ਰਿਹਾ, ਤੇ ਵੀ ਇੱਦਾਂ ਦਾ ਕੋਈ ਨਹੀਂ, ਜ਼ਮਾਨਤਾਂ ਤੇ ਅਸੀਂ ਕਰਾਈਆਂ ਨੇ, ਅਸੀਂ ਆਪਣੇ ਆਪ ਆਪਣੇ ਬਿਹਾਫ ਤੇ ਕੀਤਾ, ਫਿਰ ਇਹਦੇ 'ਚ ਕੋਈ ਸ਼ੱਕ ਰਿਹਾ ਹੀ ਨਹੀਂ। ਦਿੱਲੀ ਸੀ ਸਪੋਜ਼ ਮੇਰੀ ਗੱਲ ਸੁਣੋ, ਜੇ 10 ਬੰਦੇ ਫੜੇ ਨੇ, 10 ਬੰਦੇ ਫੜੇ, ਜੇ 10 ਬੰਦੇ 'ਚ 2 ਬੰਦਿਆਂ ਨੂੰ ਕਰਾ ਵੀ ਦਿੱਤੀਆਂ ਨੇ ਜ਼ਮਾਨਤ, ਕੋਈ ਆਸਾਨ ਕਰਤਾ? ਗੁਰਦੁਆਰਾ ਕਮੇਟੀ ਹੈ, ਦਿੱਲੀ ਗੁਰਦੁਆਰਾ ਕਮੇਟੀ, ਤੇ ਉਹਨਾਂ ਨੇ ਨਹੀਂ ਕਰਨਾ, ਸਿੱਖਾਂ ਦੀ ਸੰਸਥਾ ਹੈ, ਜੇ ਇਹ ਨਹੀਂ ਕਰਨਗੇ, ਸਾਥ ਦੇਣਗੇ ਤਾਂ ਹੋਰ ਕੌਣ ਦਊਗਾ? ਜਿਸ ਤਰ੍ਹਾਂ ਲੰਗਰ ਜਿੱਦਾਂ ਦੇ ਇਹਨੇ ਕੀਤਾ, ਲੰਗਰ ਚਲਾਇਆ ਕੀਤਾ, ਲੰਗਰ ਵੰਡਿਆ ਕਰੋਨਾ ਦੇ ਟਾਈਮ ਬੜਾ ਵੰਡਿਆ, ਮੈਂ ਕਹਿੰਦੀ ਕੀਤਾ ਸਭ ਕੁਝ, ਪਰ ਕਈ ਤਾਂ ਸਿੱਖ ਪਰਿਵਾਰ ਰੁਲਦੇ ਸੀ, ਉਹਨਾਂ ਨੂੰ ਤਾਂ ਇਹਨਾਂ ਨੇ ਦਿੱਤਾ ਨਹੀਂ। ਇਹ ਆਪਣਿਆਂ ਨੂੰ ਪੁੱਛਣਾ ਨਹੀਂ ਤਾਂ ਬਗਾਨਿਆਂ ਨੂੰ ਸਿਰਫ ਫੋਟੋਆਂ ਖਿਚਾਉਣ ਦੇ ਮਾਰੇ। ਜਾਂ ਤਾਂ ਫਿਰ ਉਹਨਾਂ ਲਈ ਵੀ ਕਰੋ, ਮੈਂ ਨਹੀਂ ਇਸ ਚੀਜ਼ ਦੇ ਹੱਕ 'ਚ ਹੈਗੀ ਆ ਕਰ। ਔਰ ਸਭ ਤੋਂ ਵੱਡੀ ਮੇਨ ਗੱਲ ਇਹ ਹੈਗੀ ਆ ਕਿ ਵੀ ਜਿਹੜੀ ਇਹਨੇ ਜ਼ਮਾਨਤਾਂ ਕਰਾਈਆਂ, ਸਭ ਤੋਂ ਵੱਡਾ ਗਲਤ ਕੰਮ ਕੀਤਾ ਇਹਨਾਂ ਨੇ। ਇਹ ਹਾਲ ਜਿਹੜੇ ਕਿਸਾਨ ਮੁੰਡੇ ਜਿਹੜੇ ਫੜੇ ਗਏ ਨੇ, ਜਿਹੜਾ ਕਹਿੰਦਾ ਉਹਨਾਂ ਦਾ ਉਹ ਹਾਲ ਹੋਣਾ ਜੋ ਟਰਾਂਜ਼ਿਸਟਰ ਬੰਬ ਕਾਂਡ ਵਿੱਚ ਹੋਇਆ, ਟਰਾਂਜ਼ਿਸਟਰ ਬੰਬ ਵਾਲੇ ਕੇਸ ਦੇ ਵਿੱਚ। 1985 ਦਾ ਟਰਾਂਜ਼ਿਸਟਰ ਬੰਬ ਕੇਸ ਸੀ, ਚੱਲਦਾ ਰਿਹਾ, ਇਹ ਲਾਸਟ ਈਅਰ 2020 ਦੇ ਵਿੱਚ ਖਤਮ ਹੋਇਆ। 19 'ਚ ਪਤਾ ਨਹੀਂ 2020 ਦੇ ਵਿੱਚ ਖਤਮ। ਕਿੰਨੇ ਸਾਲ ਨਾ ਸਰਕਾਰੀਆਂ ਨੌਕਰੀਆਂ ਕਰ ਸਕੇ, ਨਾ ਉਹ ਬਾਹਰ ਜਾ ਸਕੇ, ਨਾ ਉਹ ਸੈਟਲ ਹੋ ਪਾਏ ਆ। ਡੇਟ ਟੂ ਡੇ ਡਾਇਰੈਕਸ਼ਨਸ ਵੀ ਕੋਰਟ ਕੇਸਿਸ ਦੀਆਂ ਹਫਤੇ ਦੀਆਂ 3 ਤਰੀਕਾਂ ਵੀ ਪੈਂਦੀਆਂ ਰਹੀਆਂ ਨੇ, 2 ਤਰੀਕਾਂ ਵੀ ਪੈਂਦੀਆਂ ਨੇ। ਤੁਸੀਂ ਦੱਸੋ ਜਿਹੜੇ ਜੌਬ ਕਰਨ ਵਾਲੇ ਬੱਚੇ ਆ, ਉਹਨਾਂ ਨੂੰ ਕਿੰਨੀਆਂ ਕੁ ਛੁੱਟੀਆਂ ਮਿਲ ਜਾਣਗੀਆਂ? ਕਿੰਨੇ ਕੁ ਕੋਈ ਰੱਖੇਗਾ? ਫਿਰ ਉਹਨਾਂ ਨੂੰ ਨੌਕਰੀਆਂ 'ਚੋਂ ਕੱਢਣਗੇ। ਸੇਮ ਇਹੀ ਗੱਲ ਇੱਥੇ ਹੋਈ ਆ। 10 ਸਾਲ ਚਲੇ 20 ਸਾਲ ਕਿਸੇ, ਨਾ ਉਹ ਮੁੰਡੇ ਬਾਹਰ ਜਾ ਸਕਦੇ ਨੇ, ਨਾ ਮੁੰਡੇ ਕੋਈ ਨੌਕਰੀ ਕਰ ਸਕਦੇ ਨੇ। ਇੱਕ ਜ਼ਮਾਨਤਾਂ ਕਰਾ ਕੇ ਬਹੁਤ ਤੁਸੀਂ ਤੀਰ ਮਾਰ ਲਿਆ। ਜਿਹੜੇ ਕੇਸ ਚੱਲਣੇ ਨੇ, ਜਦੋਂ ਇਹ ਚੱਲਣਾ, ਉਹਨਾਂ ਦੇ ਪਰਿਵਾਰਾਂ ਦਾ ਖਰਚਾ ਦੇਣਗੇ, ਵਕੀਲਾਂ ਦੀਆਂ ਫੀਸਾਂ ਦੇਣਗੇ, ਆਉਣ ਜਾਣ ਦਾ ਖਰਚਾ ਦੇਣਗੇ। ਜਿਹੜੀ ਹਰਾਸਮੈਂਟ ਹੋ ਗਈ ਉਹ ਕੌਣ ਦੇਗਾ? ਮੈਂ 9 ਸਾਲ ਕੇਸ ਲੜਿਆ, ਮੈਨੂੰ ਪਤਾ, ਮੈਂ 9 ਸਾਲ ਜੇਲ੍ਹ ਕੱਟੀ ਹੈ। ਜਦੋਂ ਤੁਸੀਂ ਸੱਜਣ ਕੁਮਾਰ ਦੇ ਖਿਲਾਫ ਲੜਾਈ ਲੜਦੇ ਰਹੇ ਹੋ, ਕਿਉਂਕਿ ਇੱਕ ਧਰਮ ਦਾ ਮਸਲਾ ਸੀ ਉਸ ਵੇਲੇ, ਜਿਹੜੀ ਲੜਾਈ ਲੜੀ ਗਈ ਹੈ 1984 ਕਤਲੇਆਮ ਇੱਕ ਖਾਸ ਸਿੱਖ ਕੌਮ ਦੇ ਨਾਲ ਸੰਬੰਧਿਤ ਰਿਹਾ, ਸਿੱਖ ਕੌਮ ਦਾ ਬਹੁਤ ਵੱਡਾ ਘਾਣ ਇਸ ਦੌਰ ਦੇ ਵਿੱਚ ਹੋਇਆ, ਤਾਂ ਦਿੱਲੀ ਕਮੇਟੀ ਵੱਲੋਂ ਤੁਹਾਨੂੰ ਕਿਸ ਤਰੀਕੇ ਦਾ ਸਹਿਯੋਗ ਦਿੱਤਾ ਗਿਆ ਸੀ? ਦੇਖੋ, ਜਦ ਤੱਕ ਸਾਡਾ ਕੇਸ ਚੱਲਿਆ ਨਾ, ਉਦੋਂ ਤਾਂ ਦਿੱਲੀ ਕਮੇਟੀ ਸਰਨਾ ਸਾਹਿਬ ਦੀ ਸੀ। ਸਰਨਾ ਸਾਹਿਬ ਨੇ ਤਾਂ ਸਾਡੀ ਕੀ ਹੈਲਪ ਕਰਨੀ ਸੀ? ਸਾਡੇ ਵਕੀਲਾਂ ਦੀ ਫੀਸ ਦਿੱਤੀ ਆ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਦਿੱਤੀ 2013 ਤੱਕ। ਜਦੋਂ ਦਿੱਲੀ ਗੁਰਦੁਆਰਾ ਕਮੇਟੀ ਬਣ ਗਈ ਆ, ਇਹਨਾਂ ਨੇ ਕਿਹਾ ਮੇਰੇ ਹਜੇ ਵੀ ਕਈ ਵਕੀਲਾਂ ਦੀਆਂ ਫੀਸਾਂ ਰਹਿੰਦੀਆਂ, ਮੈਂ ਇਹਨਾਂ ਦੇ ਤਰਲੇ ਲੈਂਦੀ ਰਹੀ, ਦੇ ਦਿਓ, ਇਹਨਾਂ ਨੇ ਨਹੀਂ ਦਿੱਤੀਆਂ। ਇਹਨਾਂ ਨੇ ਸਿਰਫ ਇੱਕ ਨਾਟਕ ਜਿਹਾ ਕਰਕੇ ਵੀ ਇਹਨਾਂ ਨੇ ਜਿਹੜੇ ਇਹਨਾਂ ਨੂੰ ਪਸੰਦ ਨੇ, ਜਿਹੜੇ ਇਹਨਾਂ ਦੀ ਆਪਣੀ ਬੋਲੀ ਬੋਲਦੇ, ਜਿਹੜਾ ਇਹਨਾਂ ਦੇ ਕਹ ਰਹੇ, ਇਹਨਾਂ ਨੇ ਉਹ ਵਕੀਲ ਅਪਾਇੰਟ ਕੀਤੇ ਨੇ ਜੀ, ਅਸੀਂ ਪੀੜਤਾਂ ਦੇ ਵਕੀਲ ਅਪਾਇੰਟ ਕੀਤੇ। ਸਾਡਾ ਕੋਈ ਵਕੀਲ ਨਹੀਂ ਇਹਨਾਂ ਨੇ ਕੀਤਾ। ਸਾਡਾ ਕੇਸ ਲੜਿਆ CBI ਦੇ ਲਾਇਰ ਨੇ, RS ਚੀਮਾ ਨੇ, ਸਰਕਾਰ ਪੇ ਕਰਦੀ ਰਹੀ ਆ। ਫੁਲਕਾ ਸਾਹਿਬ ਫ੍ਰੀ ਲੜਦੇ ਰਹੇ ਆ। ਦੁਸ਼ਯੰਤ ਦਵੇ ਸਰ, ਕੋਲਿਨ ਗੌਂਸਲਵੇਜ਼ ਆਪਾਂ ਲਏ ਨੇ, ਰਵੀ ਸ਼ੰਕਰ ਪ੍ਰਸਾਦ ਅਸੀਂ ਲਏ ਨਾ, ਜਿਹੜੇ ਸੁਪਰੀਮ ਕੋਰਟ ਦੇ ਵਾਸਤੇ ਲੈਂਦੇ ਰਹੇ, ਉਹ ਫ੍ਰੀ ਆਫ ਕਾਸਟ ਸਾਡੇ ਲਈ ਲੜਦੇ ਰਹੇ ਆ। ਜੇ ਕੋਈ ਕਵੇ ਨਾ ਕਦੇ ਪੈਸੇ ਦਿੱਤੇ ਨੇ, ਪੈਸੇ ਨਹੀਂ ਦਿੱਤੇ ਸਾਡੇ ਵਕੀਲਾਂ ਵਾਸਤੇ। ਕਾਮਨਾ ਵੋਰਾ ਮੈਡਮ ਦੀ ਫੀਸ ਉਹ ਜਦੋਂ ਹੈਗੇ ਸੀ ਮਨਜੀਤ ਸਿੰਘ ਜੀ ਕੇ ਹੈਗੇ ਸੀ, ਉਦੋਂ ਦਿੱਤੇ। ਉਹਦੇ ਵੇਲੇ ਵੀ 2 ਵਕੀਲਾਂ ਦੀ ਫੀਸ ਰਹਿ ਕੇ, ਜਿਹੜੇ ਹੁਣ ਜਸਮੀਤ ਸਿੰਘ ਜਿਹੜੇ ਜੱਜ ਬਣ ਚੁੱਕੇ ਨੇ, ਉਹਨਾਂ ਦੀ ਵੀ ਫੀਸ ਰਹਿੰਦੀ ਸੀ, ਔਰ ਜਗਜੀਤ ਸਿੰਘ ਛਾਬੜਾ ਦੀ ਵੀ ਰਹਿੰਦੀ ਸੀ ਅੱਜ ਤੱਕ। ਕਿਉਂਕਿ ਸਾਈਨ ਮੈਂ ਹੀ ਕਰਕੇ ਮੈਂ ਹੀ ਅੱਗੇ ਦਿੰਦੀ ਹੁੰਦੀ ਸੀ ਇਹਨਾਂ ਦਾ, ਕਿਉਂਕਿ ਮੈਂ ਸਾਰੇ ਕੇਸਿਸ ਦੀ ਕੇਅਰਟੇਕਰ, ਸਾਰਾ ਕੁਛ ਇਹਨਾਂ ਨੇ ਨਹੀਂ ਦਿੱਤੀ।
ਸੱਜਣ ਕੁਮਾਰ ਦੀ ਗੱਲ ਕਰ ਰਹੇ ਹਾਂ ਤੇ ਸੱਜਣ ਕੁਮਾਰ ਨਾਲ ਜੁੜੀ ਇੱਕ ਮੈਂ ਸਵਾਲ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, ਕਿਉਂਕਿ ਲੰਘੇ ਦਿਨੀ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀਗੀ ਕਿ ਖਰਾਬ ਸਿਹਤ ਦਾ ਹਵਾਲਾ ਦੇ ਕੇ ਉਹਨਾਂ ਨੇ ਜ਼ਮਾਨਤ ਮੰਗੀ ਸੀ, ਪਰ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਜਿਹੜੀ ਆ ਖਾਰਜ ਕਰ ਦਿੱਤੀ ਗਈ, ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਗਈ। ਰਾਹਤ ਦੀ ਖਬਰ ਮੰਨਦੇ ਹੋ ਇਸ ਨੂੰ? ਮੈਂ ਜੱਜ ਸਾਹਿਬ ਦੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਕੀਤਾ, ਕਿਉਂਕਿ ਵੀ ਉਹਨਾਂ ਨੇ ਨਾਲ ਇਹ ਵੀ ਗੱਲ ਆਖੀ ਕਿ ਉਹਨਾਂ ਨੇ ਕਿਹਾ ਵੀ ਮੈਡੀਕਲ ਗਰਾਊਂਡ 'ਤੇ ਕੀਤੀ ਸੀ ਕਿ VIP ਟ੍ਰੀਟਮੈਂਟ ਨਾ, ਇਹ ਸਧਾਰਨ ਹੈ ਕੇਸ, ਇਹਨੂੰ ਕੋਈ VIP ਟ੍ਰੀਟਮੈਂਟ ਨਹੀਂ ਦਿੱਤੀ ਜਾਏਗੀ। ਜਿਸ ਤਰ੍ਹਾਂ ਆਮ ਕੈਦੀ ਉੱਥੇ ਹੁੰਦੇ ਨੇ, ਉਹਨਾਂ ਨੂੰ ਹਸਪੀਟਲ ਲੈ ਕੇ ਜਾਂਦੇ ਨੇ, ਜਿਸ ਤਰ੍ਹਾਂ ਫੈਸਿਲਿਟੀਜ਼ ਮਿਲਦੇ ਸੇਮ ਇਹਨੂੰ ਮਿਲੇਗੀ। ਔਰ ਬਹੁਤ ਸੰਗੀਨ ਜੁਰਮ ਦੇ ਵਿੱਚ ਹੈਗੇ ਨੇ ਅਤੇ ਵੀ ਇਹਨੂੰ ਕੋਈ ਰਾਹਤ ਨਹੀਂ ਮਿਲੇਗੀ ਔਰ ਬੇਲ ਕੈਂਸਲ ਕਰਦੀ, ਔਰ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਫਿਰ ਇੱਕ ਵਾਰ ਪ੍ਰਬੰਧਕ ਕਮੇਟੀ ਵੱਲ ਚੱਲਦੇ ਹਾਂ। ਜਿਸ ਦਿਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਨਤੀਜਿਆਂ ਦਾ ਐਲਾਨ ਹੁੰਦਾ ਹੈ, ਉਸੇ ਸ਼ਾਮ ਸੁਖਬੀਰ ਬਾਦਲ ਉੱਥੇ ਪਹੁੰਚਦੇ ਨੇ, ਇੱਕ ਵੱਡੀ ਪ੍ਰੈਸ ਕਾਨਫਰੰਸ ਕਰਦੇ ਨੇ। ਮਨਜਿੰਦਰ ਸਿੰਘ ਸਿਰਸਾ ਹਾਲਾਂਕਿ ਉੱਥੋਂ ਹਾਰ ਜਾਂਦੇ ਨੇ ਆਪਣੀ ਸੀਟ, ਪਰ ਸੁਖਬੀਰ ਬਾਦਲ ਅਨਾਉਂਸ ਕਰਦੇ ਨੇ ਕਿ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜਾ ਹੈ ਨੋਮੀਨੇਟ ਕਰ ਦਿੱਤਾ ਜਾਏਗਾ। ਕਿੰਨਾ ਕੁ ਜਾਇਜ਼ ਮੰਨਦੇ ਹੋ? ਆਪਣੀ ਸੀਟ ਹਾਰ ਚੁੱਕੇ ਨੇ, ਸ਼੍ਰੋਮਣੀ ਕਮੇਟੀ ਵੱਲੋਂ ਨੋਮੀਨੇਟ ਕਰਕੇ ਮੈਂਬਰ ਬਣ ਜਾਣਗੇ ਤੇ ਹੌਲੀ ਹੌਲੀ ਪ੍ਰਧਾਨਗੀ ਦੀ ਕੁਰਸੀ ਤੱਕ ਵੀ ਪਹੁੰਚ ਜਾਣਗੇ। ਸੁਖਬੀਰ ਦਾ ਕਮਾਊ ਪੁੱਤ ਹੈ, ਕਿਉਂ ਨਹੀਂ ਲਏਗਾ ਸ਼੍ਰੋਮਣੀ ਕਮੇਟੀ ਤੋਂ ਉਹਨੂੰ ਨੋਮੀਨੇਟ ਕਿਉਂ ਨਹੀਂ ਕਰਾਂਗੇ? ਜੇ ਇਹਨਾਂ ਸੁਖਬੀਰ ਹੈ, ਮੈਂ ਤਾਂ ਕਹਿੰਦੀ ਸੁਖਬੀਰ ਤੋਂ ਵੱਡਾ ਬੇਸ਼ਰਮ ਕੋਈ ਬੰਦਾ ਹੀ ਨਹੀਂ ਹੈਗਾ। ਜਿਸ ਦੀ ਇਲੈਕਸ਼ਨਾਂ ਦੇ ਵੇਲੇ ਫੋਟੋਆਂ ਨਹੀਂ ਲੱਗੀਆਂ ਔਰ ਉਸੇ ਵੇਲੇ ਬੁਲਾ ਲਿਆ, ਇਹਦਾ ਮਤਲਬ ਸਾਂਠ ਕਰਨ ਉਹਦੇ ਵੀ ਤੁਸੀਂ ਮੇਰੀ ਫੋਟੋ ਨਾ, ਮੇਰੀ ਛਵੀ ਇੱਦਾਂ ਦੀ, ਮੇਰੀਆਂ ਫੋਟੋਆਂ ਤੁਸੀਂ ਜਿੱਤ ਜਾਓ ਅਤੇ ਬਾਅਦ 'ਚ ਮੈਂ ਆ ਜਾਊਂਗਾ। ਇਹਨਾਂ ਨੇ ਤਾਂ ਉਹ ਕੀਤਾ। ਅਤੇ ਇਸ ਤੋਂ ਬਾਅਦ ਜਿਹੜਾ ਬੰਦਾ ਸਿਰਸਾ ਨੇ ਤਾਂ ਇਹ ਵੀ ਗੱਲ ਆਖੀ ਸੀ ਕਿ ਜੇ ਮੈਂ 40 ਸੀਟਾਂ ਨਹੀਂ ਹੋਊਗਾ ਮੈਂ ਪ੍ਰਧਾਨਗੀ ਦਾ ਹੱਕਦਾਰ ਨਹੀਂ ਹੋਊਗਾ। ਤਾਂ ਉਹ ਤਾਂ ਆਪ ਹੀ ਆਪਣੀ ਸੀਟ ਹਾਰ ਕੇ ਉਹਨੂੰ ਖੁਦ ਹੀ ਸ਼ਰਮ ਆਉਣੀ ਚਾਹੀਦੀ ਹੈ, ਮੈਂ ਨਾਲ ਮੰਗਾ। ਸਮੇਂ-ਸਮੇਂ 'ਤੇ ਜਿਹੜੇ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ, ਉਹਨਾਂ 'ਤੇ ਕੋਈ ਨਾ ਕੋਈ ਇਲਜ਼ਾਮ ਲੱਗਦਾ ਰਿਹਾ, ਭਾਵੇਂ ਉਹ ਪਰਮਜੀਤ ਸਰਨਾ ਸੀ ਜਾਂ ਫਿਰ ਮਨਜੀਤ ਸਿੰਘ ਜੀਕੇ ਸੀ ਜਾਂ ਹੁਣ ਸਿਰਸਾ ਨੇ, ਇਹਨਾਂ ਖਿਲਾਫ ਵੀ ਲੁੱਕਆਊਟ ਨੋਟਿਸ ਜਿਹੜਾ ਜਾਰੀ ਕੀਤਾ ਗਿਆ। ਪਰ ਹੁਣ ਇਹ ਧੜੇ ਜਿਹੜੇ ਨੇ, ਯਾਨੀ ਕਿ ਮਨਜੀਤ ਸਿੰਘ ਜੀ ਕੀ ਅੱਡ ਹੋ ਚੁੱਕੇ ਨੇ, ਧੜਾ ਬਣ ਚੁੱਕਿਆ, ਔਰ ਦੂਜੇ ਪਾਸੇ ਉਹ ਪਰਮਜੀਤ ਸਿੰਘ ਸਰਨਾ ਜਿਹੜੇ ਨੇ ਉਹ ਵੀ ਇਲੈਕਸ਼ਨ ਲੜ ਰਹੇ ਸੀ। ਸਰਨਾ ਜਿਹੜੇ ਨੇ ਉਹ ਇਹ ਚੀਜ਼ ਕਹਿੰਦੇ ਸੀਗੇ ਕਿ ਜੇ ਮੇਰੀ ਪਾਰਟੀ ਦਾ ਕੋਈ ਵੀ ਮੈਂਬਰ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਜਾਏਗਾ ਤੇ ਮੈਂ ਖੁਦਕੁਸ਼ੀ ਕਰ ਲੂੰਗਾ। ਉਹਨਾਂ ਦੀ ਪਾਰਟੀ ਦਾ ਇੱਕ ਮੈਂਬਰ ਚਲਾ ਜਾਂਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਤੇ ਉਸ ਤੋਂ ਬਾਅਦ ਖੁਦਕੁਸ਼ੀ ਦਾ ਉਹਨਾਂ ਦਾ ਕੋਈ ਵੀ ਜਿਹੜਾ ਸਟੇਟਮੈਂਟ ਹੈ ਉਹ ਸਾਹਮਣੇ ਨਹੀਂ ਆਉਂਦਾ। ਇਹ ਤਾਂ ਬਿਲਕੁਲ ਸਰਨਾ ਸਾਹਿਬ ਨੇ ਜਿੱਦਾਂ ਕਿ ਹੁਣ ਖੁਦਕੁਸ਼ੀ ਕਰਨੀ ਚਾਹੀਦੀ ਹੈ। ਜੇ ਕਿਹਾ ਸੀ ਕਿ ਵੀ ਹੈ ਨਾ, ਇਹ ਗੱਲਾਂ ਖਿਆਲੀ ਪਲਾਓ ਨੇ, ਇਹਨਾਂ ਦੀ ਇਹ ਗੱਲਾਂ ਕਰਨੀਆਂ ਨੇ, ਫਿਰ ਕਰ ਲੈਂਦੇ। ਇਹ ਤਾਂ ਗੱਲਾਂ ਨੇ, ਇਹ ਤਾਂ ਕਹਿਣ ਦੀਆਂ ਗੱਲਾਂ ਨੇ। ਮੈਨੇ ਇਸ ਚੀਜ਼ ਨੇ, ਦੇਖੋ ਸਰਨਾ ਸਾਹਿਬ ਦਸਮ ਗ੍ਰੰਥ ਦੇ ਵਿਰੋਧੀ ਨੇ, ਮੈਂ ਦਸਮ ਗ੍ਰੰਥ ਨੂੰ ਮੰਨਣ ਵਾਲੀ ਹਾਂ। ਇਹ ਤੇ ਸੰਗਤ ਨੇ ਤੈਅ ਕਰਨਾ ਕੀ ਕਰਨਾ, ਮੈਂ ਨਹੀਂ ਕਰਨਾ। ਬੜੀ ਮਸ਼ਹੂਰ ਗੱਲ ਸੁਣਨ ਨੂੰ ਮਿਲਦੀ ਹੈ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਯਾਨੀ ਕਿ ਗੁਰੂ ਕੀ ਗੋਲਕ ਤੋਂ ਜਿਹੜਾ ਧਨ ਨਿਕਲਦਾ ਉਹ ਗਰੀਬਾਂ ਦੀ ਭਲਾਈ ਦੇ ਲਈ ਲਗਾਇਆ ਜਾਣਾ ਚਾਹੀਦਾ ਹੈ। ਪਰ ਇੱਕ ਵੱਡਾ ਦੋਸ਼ ਇਹ ਮੜਿਆ ਜਾਂਦਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿ ਰੈਲੀ ਅਕਾਲੀ ਦਲ ਦੀ ਤੇ ਲੰਗਰ ਇਹਨਾਂ ਕਮੇਟੀਆਂ ਦੇ ਵੱਲੋਂ ਜਿਹੜਾ ਹੈ ਇਹਨਾਂ ਗੋਲਕਾਂ ਦੇ ਵਿੱਚੋਂ ਜਿਹੜਾ ਹੈ ਲਗਾਇਆ ਜਾਂਦਾ। ਬਿਲਕੁਲ ਗੱਲ ਸਹੀ ਹੈ, ਇਹਦੇ 'ਚ ਤਾਂ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਹੈਗੀ। ਇਹ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ, ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਜਦੋਂ MLA ਬਣਦੇ, MLA ਦੀਆਂ ਇਲੈਕਸ਼ਨਾਂ ਹੁੰਦੀਆਂ ਨੇ, ਤੁਹਾਡੀ MC ਦੀਆਂ ਇਲੈਕਸ਼ਨਾਂ ਹੁੰਦੀਆਂ ਨੇ, ਇਹਨਾਂ ਦਾ ਉੱਥੋਂ ਹੀ ਜਾਂਦਾ ਖਰਚ। ਆਪਣਾ ਜੋ ਵੀ ਇਹਨਾਂ ਨੇ ਸੇਵਾਦਾਰ, ਇਹਨਾਂ ਨੂੰ ਜਿੰਨੇ EMPLOYE ਚਾਹੀਦੇ ਨੇ, ਉੱਥੇ ਵਰਕਰ ਜਿੰਨੇ ਚਾਹੀਦੇ ਇੱਥੋਂ ਹੀ ਜਾਂਦੇ ਨੇ, ਕੰਪਿਊਟਰ ਇੱਥੋਂ ਯੂਜ਼ ਕਰਦੇ ਨੇ, ਸਾਰਾ ਇਹਨਾਂ ਦਾ ਇੱਥੋਂ ਹੀ ਹੁੰਦਾ। ਇੱਕ ਮੈਂਬਰ ਦੀ ਜਿਹੜੀ ਨਾਮਜ਼ਦਗੀ ਹੈ ਇਸ ਕਰਕੇ ਰੱਦ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਗੁਰਮੁਖੀ ਨਾ ਪੜ੍ਹਨੀ ਆਉਂਦੀ ਹੈ ਨਾ ਲਿਖਣੀ ਆਉਂਦੀ ਹੈ। ਪਰ ਸਵਾਲ ਇਹ ਵੀ ਹੈ ਕਿ ਜੇ ਉਹ ਕਿਸੇ ਬਾਹਰੀ ਸੂਬੇ ਨਾਲ ਸੰਬੰਧ ਰੱਖਦੇ ਹੋਣ ਜਿੱਥੇ ਪੰਜਾਬੀ ਨਾ ਪੜ੍ਹਾਈ ਜਾਂਦੀ ਹੈ ਨਾ ਲਿਖਾਈ ਜਾਂਦੀ ਹੈ, ਤਾਂ ਫਿਰ ਉਹਨਾਂ ਦੇ ਲਈ ਇਹ ਜਾਇਜ਼ ਨਹੀਂ ਹੋਏਗਾ ਕਿ ਉਹਨਾਂ ਦੀ ਮੈਂਬਰਸ਼ਿਪ ਨੂੰ ਜਿਹੜਾ ਰੱਦ ਕਰ ਦਿੱਤਾ ਜਾਏ। ਦੇਖੋ ਮੈਡਮ, ਇਹ ਬਿਲਕੁਲ ਗੱਲ ਗਲਤ ਹੈ ਕਿ ਮੈਂ ਵੀ ਦਿੱਲੀ ਤੋਂ ਬਿਲੋਂਗ ਕਰਦੀ, ਮੈਂ ਵੀ ਕਨਵੈਂਟ ਸਕੂਲ 'ਚ ਪੜ੍ਹਦੀ ਸੀ, ਸਾਨੂੰ ਵੀ ਪੰਜਾਬੀ ਨਹੀਂ ਸੀ ਆਉਂਦੀ, ਪਰ ਅਸੀਂ ਸਿੱਖੀ ਆ, ਅਸੀਂ ਪੰਜਾਬੀ ਬੋਲਣੀ ਵੀ ਸਿੱਖੀ, ਅਸੀਂ ਲਿਖੀ ਵੀ ਹੈ। ਜਿਸ ਮੈਂਬਰ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਲਿਖਣੀ ਨਹੀਂ ਆਉਂਦੀ, ਉੱਥੇ ਤੇ ਗੁਰਦੁਆਰਾ ਕਮੇਟੀ ਜਿਹੜੀ ਪ੍ਰਬੰਧਕ ਕਮੇਟੀ ਜਿਹੜੀ ਸਿੱਖ ਧਾਰਮਿਕ ਹੈ, ਉੱਥੇ ਤਾਂ ਕੰਮ ਹੀ ਬਹੁਤਾ ਹੈਗਾ। ਅਤੇ ਫਿਰ ਉਹ ਕੀ ਪੜ੍ਹ ਕੇ ਕੀ ਕਿਸੇ ਦਾ ਲੈਟਰ ਪੜ੍ਹਨਗੇ, ਕਿਸੇ ਦਾ ਕੀ ਜਵਾਬ ਦੇਣਗੇ, ਉਹ ਕੀ ਉਹਨਾਂ ਨੂੰ ਕੁਛ ਨਹੀਂ। ਇਹ ਤਾਂ ਮੈਂਬਰ ਨੂੰ ਖੁਦ ਹੀ, ਮੈਂਬਰ ਦੀ ਗਲਤੀ ਆ। ਮੈਂਬਰ ਨੂੰ ਆਪਣਾ ਭਰਨਾ ਹੀ ਨਹੀਂ ਚਾਹੀਦਾ ਸੀ ਨਾਮ, ਜਿਹਨੂੰ ਪਤਾ ਸੀ ਕਿ ਵੀ ਮੇਰੀ ਇਹ ਗਲਤੀ ਹੈ, ਮੈਨੂੰ ਆਉਂਦਾ ਹੀ ਨਹੀਂ, ਉਹਨੂੰ ਆਪ ਹੀ ਕੈਂਸਲ ਕਰ ਦੇਣਾ ਚਾਹੀਦਾ ਸੀ।
ਇਹਨਾਂ ਧਾਰਮਿਕ ਸੰਸਥਾਵਾਂ ਦੇ ਵਿੱਚ ਜਿਸ ਤਰੀਕੇ ਦੀਆਂ ਕੁਰੀਤੀਆਂ, ਕਿਉਂਕਿ ਤੁਸੀਂ ਖੁਦ ਵੀ ਬਹੁਤ ਵੱਡੇ ਗੱਲਾਂ ਇਹਨਾਂ ਸੰਸਥਾਵਾਂ ਦੇ ਬਾਰੇ ਕਹਿ ਰਹੇ ਹੋ, ਭਾਵੇਂ ਸ਼੍ਰੋਮਣੀ ਕਮੇਟੀ ਹੋਵੇ, ਭਾਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਬਹੁਤ ਵੱਡੀਆਂ ਗੱਲਾਂ ਤੁਸੀਂ ਕੁਰੀਤੀਆਂ ਦੀਆਂ ਇਹਨਾਂ ਸੰਸਥਾਵਾਂ ਦੇ ਲਈ ਕੀਤੀਆਂ ਨੇ। ਇਹਨਾਂ ਕੁਰੀਤੀਆਂ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ, ਵੋਟਰਸ ਜਾਂ ਫਿਰ ਪ੍ਰਧਾਨ? ਦੋਨੋਂ ਹੀ ਹੈ। ਪ੍ਰਧਾਨ ਤੇ ਤਾਂ ਹੀ ਬੰਦੇ ਜੇ ਵੋਟਰਸ ਵੋਟ ਇਲੈਕਟ ਕਰਦੇ ਨੇ, ਤੇ ਵੋਟਰਸ ਦੀ ਗਲਤੀ ਜਦ ਤੱਕ ਅਸੀਂ ਲੋਕੀ ਸ਼ਰਾਬਾਂ ਦੀਆਂ ਬੋਤਲਾਂ ਤੇ ਪੈਸੇ ਤੇ ਲਾਲੇ ਜਿਹੜੇ ਕਿ 2 ਰੁਪਏ ਕਿਲੋ ਤੁਹਾਨੂੰ ਚੌਲ ਦੇਵਾਂਗੇ ਤੇ 4 ਰੁਪਏ ਕਿਲੋ ਤੁਹਾਨੂੰ ਆਟਾ ਦੇਵਾਂਗੇ, ਤੇ ਜਦ ਤੱਕ ਅਸੀਂ ਇਹ ਜਾਂ ਬਿਜਲੀ ਮਾਫ ਕਰਾਂਗੇ, ਤੁਹਾਨੂੰ ਮੋਟਰਾਂ ਫ੍ਰੀ ਦੇਵਾਂਗੇ, ਜਦ ਤੱਕ ਇਹ ਚੀਜ਼ ਰਹੂਗੀ ਤਦ ਤੱਕ ਨਾ ਵਧੀਆ ਪ੍ਰਧਾਨ, ਨਾ ਸਾਨੂੰ ਵਧੀਆ ਮਿਲਣਗੇ ਤੇ ਨਾ ਹੀ ਸਾਫ ਸੁਥਰੀ ਰਾਜਨੀਤੀ ਮਿਲੂਗੀ। ਅਸੀਂ ਹੀ ਵਿਗਾੜਨ ਵਾਲੇ ਹਾਂ ਤੇ ਅਸੀਂ ਹੀ ਸੁਧਾਰਨ ਵਾਲੇ ਹਾਂ। ਜਦ ਤੱਕ ਸਾਡੇ ਅੰਦਰੋਂ ਇਸ ਚੀਜ਼ ਦੀ ਤ੍ਰਿਸ਼ਨਾ ਭੁੱਖ ਨਹੀਂ ਜਾਊਗੀ, ਅਸੀਂ ਤਦ ਤੱਕ ਇਸ ਦੇਸ਼ ਦਾ, ਇਸ ਕੌਮ ਦਾ ਕੁਝ ਨਹੀਂ ਹੋ ਸਕਦਾ। ਜਿਹੜੀ ਕਮੇਟੀ, ਜਿਹੜੀਆਂ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ, ਸਿੱਖ ਭਾਈਚਾਰੇ ਨਾਲ ਸੰਬੰਧਿਤ ਹੁੰਦੀਆਂ ਨੇ ਤੇ ਸਿੱਖ ਵੋਟਰ ਇਸ ਦੇ ਵਿੱਚ ਵੋਟ ਕਾਸਟ ਕਰਦੇ ਨੇ, ਫਿਰ ਸ਼ਰਾਬ ਤੇ ਮਾਸ ਦਾ ਲਾਲਚ ਦੇ ਕੇ ਵੋਟਾਂ ਕਿਵੇਂ ਨੇਪਰੇ ਚੜ੍ਹ ਜਾਂਦੀਆਂ ਨੇ, ਕਿਉਂ? ਅਸੀਂ ਲੋਕੀ 200 500 1000 ਰੁਪਏ ਪਿੱਛੇ ਵਿਕ ਜਾਂਦੇ ਆ, ਤੇ ਫਿਰ ਇਹ ਹਾਲ ਫਿਰ ਤੇ ਹੋਣਾ ਹੀ ਆ। ਫਿਰ ਅਗਲੇ ਨੇ ਉਹਨਾਂ ਨੇ ਇੱਥੋਂ ਹੀ ਪੈਸੇ ਕਮਾਏ। ਹੁਣ ਜਿੰਨੇ ਇਹਦੇ 'ਚੋਂ ਲਾਉਣੇ ਆ, ਪੈਸੇ ਕਰਨੇ ਆ, ਤੇ ਫਿਰ ਉਹਨੇ ਇਹਦੇ 'ਚੋਂ ਹੀ ਕੱਢਣੇ ਆ। ਗੋਲਕ ਗਰੀਬ ਦੀ ਗੋਲਕ ਜਿਹੜੀ ਹੈ, ਗਰੀਬ ਦੀ ਗੋਲਕ ਕਾਹਦੀ ਆ? ਕਿਉਂ ਕਦੇ ਹਿਸਾਬ ਕਿਉਂ ਵੋਟਸ ਦੇ ਨਾਲ ਚੁਣੇ ਜਾਂਦੇ ਨੇ ਕਮੇਟੀ ਦੇ ਨੁਮਾਇੰਦੇ, ਫਿਰ ਜਦੋਂ ਗੋਲਕਾਂ ਦੇ ਵਿੱਚੋਂ ਮਾਇਆ ਜਾਂਦੀ ਹੈ ਤਾਂ ਹਿਸਾਬ ਕਿਉਂ ਨਹੀਂ ਮੰਗਿਆ ਜਾਂਦਾ? ਜਿਸ ਤਰੀਕੇ ਨਾਲ ਅੱਜ ਸਵਾਲ ਖੜੇ ਹੋ ਰਹੇ ਨੇ, ਤਾਂ ਹਿਸਾਬ ਮੰਗਣ ਦੇ ਲਈ ਕਿਉਂ ਨਹੀਂ ਸਵਾਲ ਖੜੇ ਹੁੰਦੇ? ਇੱਕ ਪੈਸੇ ਦਾ ਹਿਸਾਬ ਕਿਉਂ ਨਹੀਂ ਮੰਗਿਆ? ਹਿਸਾਬ ਕਿਸ ਤਰ੍ਹਾਂ? ਮੈਂ ਆਪਣਾ ਐਗਜ਼ਾਮਪਲ ਦੇਣੀ ਹਾਂ। ਹੁਣ ਮੈਂ ਮੈਂਬਰ ਹਾਂ, ਫੋਰ ਐਗਜ਼ਾਮਪਲ ਮੈਂ ਮੈਂਬਰ ਹਾਂ, ਮੈਂ ਤੁਹਾਨੂੰ ਵੋਟਾਂ ਪੈਸੇ ਦੇ ਕੇ ਤੁਹਾਨੂੰ ਮੈਂ ਖਰੀਦਿਆ ਤੇ ਮੈਂ ਜਿੱਤੀ ਹਾਂ, ਤੇ ਮੈਂ ਕੀਤਾ ਨਾ, ਫਿਰ ਮੈਂ ਪੈਸੇ ਨਾ, ਫਿਰ ਤੁਸੀਂ ਮੇਰੇ ਕੋਲ ਸਵਾਲ ਕਰੋ, ਮੈਂ ਤਾਂ ਤੁਹਾਨੂੰ ਇਹੀ ਜਵਾਬ ਦਾਂਗੀ। ਤੁਸੀਂ ਕਿਹੜਾ ਮੇਰੇ ਕੋਲ ਫ੍ਰੀ ਜਵਾਬ, ਤੁਸੀਂ ਮੇਰੇ ਕੋਲ ਸਵਾਲ ਕਰਨ ਵਾਲੇ ਕੋਣ? ਤੁਸੀਂ ਕਿਹੜੇ ਮੈਨੂੰ ਫ੍ਰੀ ਪਾਈਆਂ ਵੋਟਾਂ, ਪੈਸੇ ਲੈ ਕੇ ਵੋਟਾਂ ਪਾਈਆਂ ਨੇ, ਤੇ ਮੈਂ ਤਾਂ ਫਿਰ ਅੱਗੋਂ ਇਹੀ ਜਵਾਬ ਦਾਂਗੀ। ਸੋ ਇਹ ਸੀ ਸਾਡੇ ਨਾਲ ਬੀਬੀ ਨਿਰਪ੍ਰੀਤ ਕੌਰ, ਜਿਨ੍ਹਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ 2 ਪ੍ਰਾਇਮਰੀ ਮੈਂਬਰਸ ਦੀ ਨਾਮਜ਼ਦਗੀ ਦੇ ਉੱਤੇ ਸਵਾਲ ਚੁੱਕੇ ਨੇ। ਹਾਲਾਂਕਿ ਇੱਕ ਮੈਂਬਰ ਦੀ ਨਾਮਜ਼ਦਗੀ ਜਿਹੜੀ ਹੈ ਉਹ ਰੱਦ ਹੋ ਚੁੱਕੀ ਆ, ਔਰ ਦੂਜੇ ਜਿਹੜੇ ਨੇ ਬਿਕਰਮ ਸਿੰਘ ਰੌਣੀ, ਉਹਨਾਂ ਦੇ ਉੱਤੇ ਸੇਮ ਉਹੀ ਇਲਜ਼ਾਮ ਲੱਗੇ ਨੇ ਜੋ ਕਿ ਕਿਸੇ ਸਮੇਂ ਸੁੱਚਾ ਸਿੰਘ ਲੰਗਾਹ ਦੇ ਉੱਤੇ ਲੱਗੇ ਸੀ। ਔਰ ਇਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਡਬਲ ਸਟੈਂਡਰਡ ਰੱਖਦਾ ਹੈ, ਕਿਉਂਕਿ ਸੁੱਚਾ ਸਿੰਘ ਲੰਗਾਹ ਦੀ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਹਨਾਂ ਨੂੰ ਅਕਾਲੀ ਦਲ 'ਚੋਂ ਹੀ ਨਹੀਂ ਬਲਕਿ ਪੰਥ 'ਚੋਂ ਵੀ ਕੱਢ ਦਿੱਤਾ ਜਾਂਦਾ ਹੈ, ਤੇ ਇੱਕ ਪਾਸੇ ਬਿਕਰਮ ਸਿੰਘ ਰੌਣੀ ਹੈ ਜਿਨ੍ਹਾਂ ਨੂੰ ਸ਼੍ਰੋਮਣੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਐਜ਼ ਏ ਮੈਂਬਰ ਨਾਮਜ਼ਦ ਕੀਤਾ ਜਾ ਰਿਹਾ ਹੈ। ਸਵਾਲ ਸਿੱਖ ਸੰਗਤ ਦੇ ਮਨਾਂ 'ਚ ਵੀ ਹੋਣਗੇ ਔਰ ਸਵਾਲ ਪੁੱਛਣੇ ਬਣਦੇ ਵੀ ਨੇ, ਕਿਉਂਕਿ ਸਿੱਖ ਧਰਮ ਬਹੁਤ ਵਿਲੱਖਣ ਧਰਮ ਹੈ ਔਰ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੁਰੀਤੀ ਦਾ ਕੋਈ ਵੀ ਥਾਂ ਨਹੀਂ ਹੈ। ਫਿਲਹਾਲ ਇੰਨਾ ਹੀ। ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।